ਆਪ ਹੀ ਪਰਪੱਕ ਜਾਤੇ, ਧਰਮਤ ਸਕ ਜਾਤੇ। ਵਰਨਗ ਰਖ ਜਾਤੇ ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁ ਰੇ, ਸੰਤੋਖ ਸਿੰਘ ਦੂਰ ਹੋਤੇ। ਰੀਤ ਮੇਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ। ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਹੋਏ। ਹਏ ਸ਼ਬਦ ਪੁੰਚਾਲ ਕਨੇਰੇ, ਕਨੇ ਲੋਕ ਆਨੰਦਪੁਰ ਕੇਰੇ। ਸੁਨ ਲਖ ਹਿਤ ਤਿਤ ਕੋ ਚਲਿਆ ਏ, ਸੈਲ ਤਰੇ ਥਿਰ ਭੇਦ ਸਮੁਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਆਪਾਂ ਸਰਵਣ ਕਰਦਿਆਂ ਹੋਇਆਂ ਇਤਿਹਾਸ ਦੇ ਵਿੱਚ ਇਹ ਬਚਨ ਸਰਵਣ ਕੀਤੇ। ਵਾਹਿਗੁਰੂ। ਇੱਕ ਕੇਸੋ ਦਾਸ ਨਾਮ ਦਾ ਇੱਕ ਬ੍ਰਾਹਮਣ ਕਾਂਸ਼ੀ ਤੋਂ ਚੱਲ ਕੇ ਆਇਆ। ਮਹਾਰਾਜ ਮੈਂ ਮੰਤਰ ਪੜਾਂਗਾ, ਇੱਕ ਦੇਵੀ ਪ੍ਰਗਟ ਕਰ ਦੇਵਾਂਗਾ ਜੋ ਤੁਹਾਡੇ ਸਾਰੇ ਕੰਮਾਂ ਨੂੰ ਆਪੇ ਕਰ ਦੇਵੇਗੀ। ਜਾਣੀ ਜਾਣ ਮਹਾਰਾਜ ਸਭ ਕੁਝ ਜਾਣਨ ਹਾਰ ਨੇ, ਪਰ ਇਸ ਦੀ ਗੱਲ ਦੁਨੀਆ ਦੇ ਸਾਹਮਣੇ ਲਿਆਉਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਇਸ ਨੂੰ ਆਗਿਆ ਦਿੱਤੀ ਹੈ। 10-11 ਮਹੀਨੇ ਲਗਾਤਾਰ ਇਹ ਕੇਸੋ ਦਾਸ ਲੱਗਾ ਰਿਹਾ ਮੰਤਰ ਪੜ੍ਹਨ ਵਾਸਤੇ, ਪਰ ਜਦੋਂ ਕੋਈ ਕਾਮਯਾਬੀ ਨਹੀਂ ਮਿਲੀ ਤੇ ਬਹਾਨਾ ਲਾ ਕੇ ਦੌੜ ਚੱਲਿਆ ਕਿ ਮੈਂ ਕਿਸੇ ਵਸਤੂ ਸਮੱਗਰੀ ਨੂੰ ਲੈਣ ਵਾਸਤੇ ਚੱਲਿਆ ਹਾਂ। ਇੱਧਰ ਸਤਿਗੁਰਾਂ ਨੇ ਸਾਰੀ ਸਮੱਗਰੀ ਜਿਹੜੀ ਬਚੀ ਹੋਈ ਸੀ ਹਵਨੀ ਕੁੰਡ ਵਿੱਚ ਪਾ ਕੇ, ਅਗਨੀ ਕੁੰਡ ਵਿੱਚ ਪਾ ਕੇ ਆਖਿਆ, ਖਾਲਸਾ ਜੀ ਆਦਿ ਸ਼ਕਤੀ ਜਿਹੜੀ ਹੈ ਉਹ ਤੁਹਾਡਾ ਸ਼ਸਤਰ ਭਗਉਤੀ ਸ੍ਰੀ ਸਾਹਿਬ ਹੀ ਹੈ। ਇਹਦੇ ਤੋਂ ਬਾਅਦ ਵਿੱਚ ਇਹਦੇ ਤੋਂ ਵੱਡੀ ਕੋਈ ਸ਼ਕਤੀ ਹੋਰ ਹੈ ਨਹੀਂ। ਇਹਦੇ ਨਾਲ ਹੀ ਸਭ ਕੁਝ ਪ੍ਰਾਪਤ ਹੁੰਦਾ। ਇਹ ਬਚਨ ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ। ਜਿਵੇਂ ਮਹਾਰਾਜ ਸਾਹਿਬ ਜੀ ਅੱਗੇ ਕਿਰਪਾ ਕਰਦੇ ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਏ ਸ਼ਬਦ ਪੁੰਚਾਲ ਕਨੇਰੇ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਬਹੁਤ ਜ਼ਿਆਦੇ ਜਿਹੜੇ ਸ਼ਬਦ ਨੇ ਆਵਾਜ਼ ਦੇ ਹੋਏ ਹਨ। ਕਨੇ ਲੋਕ ਆਨੰਦਪੁਰ ਕੇਰੇ। ਆਨੰਦਪੁਰ ਸਾਹਿਬ ਦੇ ਵਿੱਚ ਵੀ ਬੇਅੰਤ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ। ਸੁਨ ਲਖ ਹਿਤ ਤਿਤ ਕੋ ਚਲਿਆ। ਸੰਗਤਾਂ ਜਿਵੇਂ ਜਿਵੇਂ ਪਤਾ ਲੱਗਾ ਵੀ ਮਹਾਰਾਜ ਸਾਹਿਬ ਜੀਆਂ ਨੇ ਜੱਗ ਕਰਵਾਇਆ, ਇਸ ਗੱਲ ਦੀ ਖਬਰ ਮਿਲਦਿਆਂ ਆਉਂਦੇ ਹਨ। ਸੈਲ ਤਰੇ ਥਿਰ ਭੇਦ ਸਮੁਦਾਏ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਸੈਲ ਜਿਹੜਾ ਪਹਾੜ ਪੱਥਰ ਹੈ ਨਾ, ਉਹਦੇ ਥੱਲੇ ਜਾ ਕੇ ਇਹ ਬਿਰਾਜਮਾਨ ਹੋਏ ਨੇ, ਬੈਠੇ ਨੇ। ਸੋ ਪਹਾੜ ਦੇ ਥੱਲੇ ਜਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਬਿਰਾਜੇ ਹਨ। ਧਰੇ ਸ਼ਸਤਰ ਬੈਠੇ ਭਟ ਜਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸੂਰਮੇ ਸ਼ਸਤਰ ਸਜਾ ਕੇ ਬੈਠੇ ਹਨ। ਮਨੋ ਪੌਰ ਸੋ ਬਨ ਕਰ ਰਹਾ। ਸੋ ਮੰਨ ਲਓ ਵੀ ਸਿੱਖ ਦੀ ਰੱਖਿਆ ਵਾਸਤੇ ਡਿਊਟੀ ਬਣੀ ਹੋਈ ਹੈ। ਸਿੱਖਾਂ ਦੀ ਰੱਖਿਆ ਵਾਸਤੇ ਐਸੇ ਸ਼ਸਤਰ ਸਜਾ ਕੇ ਸਿੱਖ ਬੈਠੇ ਹਨ। ਉਲੰਘ ਅਗਾਰੀ ਜਾਏ ਨ ਕੋਈ। ਸਤਿਗੁਰਾਂ ਦੇ ਕੋਲ ਜਾਣ ਤੋਂ ਪਹਿਲਾਂ
ਸਤਿਗੁਰਾਂ ਦੀ ਆਗਿਆ ਲੈਣੀ ਜ਼ਰੂਰੀ ਹੈ। ਸਭ ਕੋ ਰੋਕਤ ਹੈ ਤੈ ਸੋਈ, ਅਤੇ ਰੋਕਿਆ ਜਾਂਦਾ, ਪੁੱਛਿਆ ਜਾਂਦਾ ਹੈ ਤੇ ਫਿਰ ਉਸ ਨੂੰ ਅੱਗੇ ਜਾਣ ਦਿੱਤਾ ਜਾਂਦਾ ਹੈ। ਕੇਸ਼ਵ ਦਾਸ ਅਗਾਰੀ ਹੋਵਾ, ਕਹਿਣ ਲੱਗੇ ਵੀ ਇਹ ਜਿਹੜਾ ਕੇਸੋ ਦਾਸ ਨਾਮ ਦਾ ਪੰਡਤ ਬ੍ਰਾਹਮਣ ਹੈ, ਲਾਲ ਗੁਲਾਲ ਦਰਸ ਕੋ ਜੋਵਾ। ਉਸਨੇ ਕੀ ਵੇਖਿਆ ਵੀ ਮਹਾਰਾਜ ਸਾਹਿਬ ਜੀਆਂ ਦੇ ਨੇਤਰ ਲਾਲ ਨੇ, ਬੜੇ ਵੀਰ ਰਸ ਦੇ ਵਿੱਚ ਹਨ। ਦਈ ਅਸੀ ਸੁਖੀ ਨਿਤ ਰਹੀ ਹੈ, ਮਹਾਰਾਜ ਸਾਹਿਬ ਜੀਆਂ ਦੇ ਕੋਲ ਹੁਣ ਬਹਾਨਾ ਬਣਾ ਕੇ ਬੈਠਣ ਵਾਸਤੇ ਅੱਗੇ ਵਧਿਆ ਹੈ। ਦੇਵੀ ਬੇਦਤ ਪ੍ਰਸੰਨ ਸੋ ਕਹੀ ਹੈ, ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ ਬਚਨ ਬਲਾਸ ਕਰਦਾ ਹੈ। ਮਨ ਬਾਂਛਤ ਜੈਸੇ ਬਰ ਲੀਨੋ, ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਮਾਫੀ ਵੀ ਮੰਗਦਾ, ਮਨ ਇੱਛਤ ਫਲ ਮੰਗਦਾ ਹੈ। ਜਗਦੰਬਾ ਜਿਵ ਦਰਸ਼ਨ ਦੀਨੋ, ਇਸ ਤਰੀਕੇ ਦੇ ਨਾਲ ਜਗਦੰਬਾ ਜਗਤ ਦੀ ਦੇਵੀ ਨੇ ਦਰਸ਼ਨ ਦਿੱਤੇ ਹਨ। ਕਹਿਨ ਸੁਣ ਜਨ ਆਪਸ ਮਾਹੀ, ਕਹਿਣ ਲੱਗੇ ਬਚਨ ਕਹਿਣੇ ਤੇ ਸੁਣਨੇ ਜਿਹੜੇ ਆਪਸ ਵਿੱਚ ਹਨ। ਕਿਰਪਾ ਕਰੋ ਭਾਖੋ ਮੁਝ ਪਾਹੀ, ਮੇਰੇ ਨਾਲ ਉਹ ਬਚਨ ਬਲਾਸ ਆਪ ਜੀ ਕਰਨੇ ਕਰੋ। ਸ਼੍ਰੀ ਮੁਕਤੇ ਤਬ ਸਰਬ ਸੁਨਾਇਓ, ਸਤਿਗੁਰੂ ਪਾਤਸ਼ਾਹ ਉਸ ਵੇਲੇ ਬਚਨ ਕਹਿਣ ਲੱਗੇ, ਪ੍ਰਥਮ ਸਰੂਪ ਦਰਸ਼ਨ ਜਿਮ ਪਾਇਓ। ਕਹਿਣ ਲੱਗੇ ਵੀ ਭਾਈ ਜਿਹੜੇ ਬਚਨ ਨੇ ਉਹ ਤੇਰੇ ਨਾਲ ਅਸੀਂ ਸਾਂਝੇ ਕਰਦੇ ਹਾਂ। ਬ੍ਰਹਮ ਬ੍ਰਹੂ ਸ਼੍ਰੀ ਬਦਨ ਉਬਾਚੇ, ਸੋ ਉਸ ਵੇਲੇ ਇਹ ਜਿਹੜੇ ਬਚਨ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਬਚਨ ਕਰਦੇ ਪਏ, ਕਹਿਣ ਲੱਗੇ ਵੀ ਅਕਾਲ ਪੁਰਖ ਦੇ ਹੁਕਮ ਦੇ ਨਾਲ ਇਹ ਸਾਰੇ ਜਿਹੜੇ ਕਾਰਜ ਹਨ ਸੋ ਇਸ ਤਰੀਕੇ ਦੇ ਨਾਲ ਹੋਏ ਹਨ ਤੇ ਐਸੇ ਬਚਨ ਉਹਦੇ ਨਾਲ ਕਰਦੇ ਹਨ। ਕਾਰਜ ਸਿੱਧ ਭਏ ਸਮੁਦਾਇ, ਸਾਰੇ ਕਾਰਜ ਸਫਲੇ ਹੋਏ ਹਨ। ਇਤਿਆਦ ਸਭ ਭਨਿਓ ਪ੍ਰਸੰਗ, ਇਤਿਆਦ ਕਈ ਬਚਨ ਬਲਾਸ ਮਹਾਰਾਜ ਨੇ ਕੀਤੇ ਹਨ। ਸੁਨ ਕੇ ਸਭ ਚਿਤ ਆਨੰਦ ਸੰਗ, ਕਹਿਣ ਲੱਗੇ ਵੀ ਇਹ ਕੇਸਵ ਦਾਸ ਪੰਡਤ ਸੁਣ ਕੇ ਬੜਾ ਆਨੰਦ ਦੇ ਸਮੇਤ ਹੈ। ਧੰਨ ਧੰਨ ਤੁਮ ਸਤਿਗੁਰ ਪੂਰੇ, ਸਤਿਗੁਰਾਂ ਦੇ ਕੋਲੋਂ ਮਾਫੀ ਮੰਗਦਾ, ਮਹਾਰਾਜ ਸਾਹਿਬ ਜੀ ਆਪ ਜੀ ਕਿਰਪਾ ਕਰੋ। ਭੱਜ ਗਿਆ ਨਾ, ਦੌੜ ਗਿਆ ਨਾ ਮੈਦਾਨ ਛੱਡ ਕੇ, ਜਦੋਂ ਵੇਖਿਆ ਵੀ ਮਹਾਰਾਜ ਨੇ ਜਗ ਦੀ ਸਮਾਪਤੀ ਕਰ ਦਿੱਤੀ, ਆਪ ਥੱਲੇ ਉਤਰ ਆਏ ਨੇ, ਹੁਣ ਆ ਕੇ ਮਾਫੀ ਮੰਗਦਾ, ਮਹਾਰਾਜ ਆਪ ਜੀ ਧੰਨ ਹੋ, ਪੂਰੇ ਹੋ। ਪਿਖ ਪਰਮੇਸ਼ਰੀ ਦਰਸ਼ਨ ਰੂਰੇ, ਸਤਿਗੁਰੂ ਪਾਤਸ਼ਾਹ ਜੀ ਆਪ ਜੀ ਖੁਦ ਪਰਮੇਸ਼ਰ ਦਾ ਰੂਪ ਹੋ, ਤੁਹਾਡੇ ਦਰਸ਼ਨ ਸੁੰਦਰ ਹਨ। ਇਸ ਪ੍ਰਕਾਰ ਨੇ ਕਿਨੂੰ ਨਿਹਾਰੀ, ਮਹਾਰਾਜ ਇਸ ਤਰੀਕੇ ਦੇ ਨਾਲ ਕਿਸੇ ਨੂੰ ਵੀ ਐਸੇ ਦਰਸ਼ਨ ਪ੍ਰਾਪਤ ਨਹੀਂ ਹਨ। ਭਏ ਸ਼ਕਤ ਜੁਦ ਵੱਡ ਅਵਤਾਰੀ, ਤੇ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਸ਼ਕਤੀਆਂ ਦੇ ਸਮੇਤ ਵੱਡੇ ਅਵਤਾਰ ਹੋ, ਤੁਹਾਡੀ ਮਹਿਮਾ ਜਿਹੜੀ ਆ ਉਹ ਕਥਨ ਨਹੀਂ ਕੀਤੀ ਜਾ ਸਕਦੀ ਹੈ। ਦੋਹਰਾ ਸਿੱਖ ਸੰਗਤ ਭਟ ਸ਼ਸਤਰ ਧਰ ਦਰਸ ਕਰਨ ਕੇ ਚਾਹੇ, ਸਤਿਗੁਰਾਂ ਦੇ ਸੂਰਮੇ ਸ਼ਸਤਰ ਸਜਾ ਕੇ ਮਹਾਰਾਜ ਦੇ ਦਰਬਾਰ ਵਿੱਚ ਦਰਸ਼ਨਾਂ ਦੇ ਚਾਅ ਨਾਲ ਬੈਠੇ ਹਨ। ਖਰੇ ਹੋਤੇ ਪਹੁੰਚ ਤਹਾਂ ਬਦਨ ਜੋਤ ਦਿਪਤਾਏ, ਤੇ ਕੁਝ ਸਿੱਖ ਜਿਹੜੇ ਨੇ ਖੜੇ ਹੋ ਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ, ਬੜਾ ਨੂਰਾਨੀ ਚਿਹਰਾ ਮਹਾਰਾਜ ਦਾ ਪ੍ਰਕਾਸ਼ਦਾ ਤੋ ਹੈ। ਪਈ ਧਾਏ ਧਾਏ ਹੋਏ ਕਰ ਅਵਗਾਏ, ਸੋ ਕਹਿਣ ਲੱਗੇ ਦੌੜ ਦੌੜ ਕੇ ਸਭ ਤੋਂ ਅੱਗੇ ਹੁੰਦੇ ਹਨ। ਨਮੋ ਕਰਨ ਕੋ ਨਰ ਉਤਲਾਏ, ਤੇ ਨਮਸਕਾਰ ਕਰਨ ਵਾਸਤੇ ਬੜੇ ਉਤਲਾਉਂਦੇ ਨੇ, ਬੜੀ ਛੇਤੀ ਕਰਦੇ ਹਨ। ਦਿਪਤ ਤੇਜ ਕੇ ਚਰਨਨ ਪਰੈ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਉੱਪਰ ਮੱਥਾ ਟੇਕਦੇ ਨੇ ਦਰਸ ਅਪੂਰਵ ਗੁਰ ਕੇ ਕਰੈ, ਤੇ ਸਤਿਗੁਰੂ ਪਾਤਸ਼ਾਹ ਦੇ ਸੁੰਦਰ ਦਰਸ਼ਨ ਪ੍ਰਾਪਤ ਕਰ ਰਹੇ ਹਨ। ਉਗਰ ਤੌਰ ਗੁਰ ਕੋ ਤਬ ਦੇਖਾ, ਕਹਿਣ ਲੱਗੇ ਵੀ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੂੰ ਇਹਨਾਂ ਸੰਗਤਾਂ ਸਿੱਖਾਂ ਨੇ ਦਰਸ਼ਨ ਕਰਕੇ ਦੇਖਿਆ ਹੈ। ਰਹੇ ਤੂਸ਼ਨੀ ਠਾਨ ਤੇ ਅਸ਼ੇਖਾ, ਸਾਰੇ ਚੁੱਪ ਕਰਕੇ ਮਹਾਰਾਜ ਸਾਹਿਬ ਜੀ ਦੇ ਕੋਲ ਬੈਠੇ ਹਨ। ਅਦਬ ਸਾਤ ਸੁਖਚਿਤ ਹੋਏ ਦੂਰ, ਸਾਰੀਆਂ ਸੰਗਤਾਂ ਸਿੱਖ ਬੜੇ ਅਦਬ ਦੇ ਨਾਲ, ਬੜੇ ਸਤਿਕਾਰ ਦੇ ਨਾਲ ਸੰਕੋਚ ਕਰਕੇ ਬੈਠੇ ਹਨ। ਪਾਛੇ ਗਮਨੈ ਸੰਕਟ ਭੂਰ, ਤੇ ਸਭ ਤੋਂ ਪਿੱਛੇ ਪਿੱਛੇ ਇਹ ਸੰਗਤਾਂ ਸਿੱਖ ਮਹਾਰਾਜ ਦੇ ਚੱਲਦੇ ਹਨ। ਕੇਤਕ ਦਿਜ ਆਸ਼ਿਕ ਕੋ ਦੇਤੇ, ਉਹ ਜਿਹੜੇ ਨੇ ਆ ਕੇ ਮਹਾਰਾਜ ਸਾਹਿਬ ਜੀਆਂ ਨੂੰ ਅਸੀਸਾਂ ਦਿੰਦੇ ਹਨ। ਭਨੈ ਵਧਾਈ ਮੰਗਲ ਤੇ ਕਹਤੇ, ਕੁਝ ਆ ਕੇ ਮਹਾਰਾਜ ਸਾਹਿਬ ਜੀਆਂ ਨੂੰ ਵਧਾਈ ਦੇ ਬਚਨ ਕਰਦੇ ਹਨ। ਭਏ ਤੁਰੰਗਮ ਪਰ ਸਵਾਰ, ਮਹਾਰਾਜ ਜੀ ਇਸ ਤਰ੍ਹਾਂ ਘੋੜੇ ਦੇ ਉੱਪਰ ਸਵਾਰ ਹੋਏ ਨਰ ਕਰ ਦਰਸ਼ਨ ਹੋਵਤ ਲਾਰ, ਅਤੇ ਕਈ ਲੋਕ ਸੰਗਤਾਂ ਸਿੱਖ ਮਹਾਰਾਜ ਦੇ ਦਰਸ਼ਨ ਕਰਦੇ ਹਨ। ਸੰਧਿਆ ਸਮੈ ਹੋਤ ਲਉ ਆਏ, ਸੋ ਸੰਧਿਆ ਸ਼ਾਮ ਪੈਣ ਤੱਕ ਮਹਾਰਾਜ ਸਾਹਿਬ ਜੀ ਇਹ ਸਾਰਾ ਕਾਰਜ ਨਿਬੇੜ ਕੇ ਉਹ ਨੈਣਾ ਨਾਮ ਦਾ ਜਿਹੜਾ ਗੁੱਜਰ ਹੈ ਉਹਦੇ ਟਿੱਲੇ ਦੇ ਉੱਪਰ, ਪਹਾੜੀ ਦੇ ਉੱਪਰ ਇਹ ਸਾਰੇ ਕੌਤਕ ਵਰਤਾਏ ਅਤੇ ਫਿਰ ਮਹਾਰਾਜ ਸਾਹਿਬ ਜੀ ਸੰਗਤਾਂ ਸਿੱਖਾਂ ਨੂੰ ਲੈ ਕੇ ਥੱਲੇ ਨੂੰ ਚੱਲੇ ਅਤੇ ਸ਼ਾਮ ਤੱਕ ਆਨੰਦਪੁਰ ਸਾਹਿਬ ਪਹੁੰਚ ਗਏ ਹਨ। ਆਨੰਦਪੁਰ ਮੈਂ ਹੋਤ ਵਧਾਏ, ਅਤੇ ਆਨੰਦਪੁਰ ਸਾਹਿਬ ਦੇ ਵਿੱਚ ਬੜੀਆਂ ਵਧਾਈਆਂ ਹੋ ਰਹੀਆਂ ਨੇ। ਸ੍ਰੀ ਗੁਜਰੀ ਢਿਗ ਜਿਸ ਨਰ ਕਹਿਓ, ਉਹ ਜਾ ਕੇ ਮਾਤਾ ਗੁਜਰੀ ਜੀਆਂ ਨੂੰ ਨਮਸਕਾਰ ਕਰਕੇ ਦੱਸਦੇ ਹਨ। ਚਿਤ ਮੈਂ ਚਾਹਿਓ ਪਦਾਰਥ ਲਹਿਓ, ਕਹਿਣ ਲੱਗੇ ਮਾਤਾ ਜੀ ਵੀ ਇਹ ਕਾਰਜ ਜਿਹੜਾ ਹੈ ਉਹ ਸਫਲਾ ਹੋਇਆ ਹੈ,
ਕਿ ਸਤਿਗੁਰੂ ਪਾਤਸ਼ਾਹ ਜੀ ਹਵਨ ਦੀ ਸਮਾਪਤੀ ਕਰਕੇ ਹੁਣ ਵਾਪਸ ਥੱਲੇ ਆਏ ਹਨ। ਤਿਮ ਹੀ ਦੋਨੋਂ ਮਹਿਲ ਆਨੰਦੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਦੇ ਮਹਿਲ ਜਿਹੜੇ ਨੇ, ਪਰਿਵਾਰ ਮਾਤਾ ਸਾਹਿਬ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਜੀ ਜਿਹੜੇ ਮਾਤਾ ਜੀਤ ਕੌਰ ਜੀ ਹਨ, ਧਨ ਭੂਖਣ ਦੇ ਬਸਤਰ ਬਿਲੰਦੇ। ਸੋ ਇਹਨਾਂ ਨੇ ਵੀ ਮਹਾਰਾਜ ਸਾਹਿਬ ਜੀਆਂ ਨੂੰ ਨਮਸਕਾਰ ਕੀਤੀ ਹੈ ਅਤੇ ਕਈ ਤਰ੍ਹਾਂ ਦੀਆਂ ਵਸਤੂਆਂ ਦਾਨ ਕੀਤੀਆਂ ਹਨ। ਪੁੱਤਰ ਅਜੀਤ ਸਿੰਘ ਹੋਏ ਅੱਗੇ। ਬਾਬਾ ਅਜੀਤ ਸਿੰਘ ਸਤਿਗੁਰਾਂ ਦੇ ਵੱਡੇ ਸਪੁੱਤਰ ਨੇ, ਇਹਨਾਂ ਨੇ ਵੀ ਅੱਗੇ ਹੋ ਕੇ ਮਹਾਰਾਜ ਨੂੰ ਮੱਥਾ ਟੇਕਿਆ ਹੈ। ਬਿਛਰੇ ਚਿਰਕੇ ਪਿਤ ਪਗ ਲਾਗੇ। ਅੱਜ ਆਪਣੇ ਪਿਤਾ ਤੋਂ ਵਿਛੜਿਆਂ ਨੂੰ ਕਿੰਨੇ ਦਿਨਾਂ ਬਾਅਦ ਜਾ ਕੇ ਇੱਕ ਦੂਜੇ ਦੇ ਨਾਲ ਮਿਲੇ ਹਨ। ਜਿਤ ਦੇਖੈ ਤਿਤ ਸਹਿਜ ਜਿੱਥੇ ਸੁਭਾਏ। ਵੀ ਮਹਾਰਾਜ ਦੇਖਦੇ ਬੜੇ ਸੁਭਾਵਕ ਹੀ ਸਾਰਿਆਂ ਦੇ ਵੱਲ ਤੱਕਦੇ ਹਨ। ਲੋਕ ਹਜ਼ਾਰੋਂ ਸੀਸ ਨਿਵਾਏ। ਹਜ਼ਾਰਾਂ ਹੀ ਸੰਗਤਾਂ ਮਹਾਰਾਜ ਸਾਹਿਬ ਜੀ ਨੂੰ ਸੀਸ ਨਵਾ ਰਹੀਆਂ ਨੇ। ਜੋਰਾ ਬਰ ਸਿੰਘ ਤਬ ਚਲੇ ਆਏ। ਉਸ ਵੇਲੇ ਸਤਿਗੁਰਾਂ ਦੇ ਸਪੁੱਤਰ ਬਾਬਾ ਜੁਝਾਰ ਸਿੰਘ ਜੀ ਜਿਹੜੇ ਛੋਟੇ ਨੇ, ਉਹ ਚੱਲ ਕੇ ਆਏ ਮਿਲਣ ਵਾਸਤੇ। ਸੰਗ ਜੁਝਾਰ ਸਿੰਘ ਹਰਖਾਏ। ਅਤੇ ਉਸ ਤੋਂ ਛੋਟੇ ਨੇ ਬਾਬਾ ਜੋਰਾਵਰ ਸਿੰਘ ਜੀ, ਉਹ ਵੀ ਆਏ ਨੇ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਦਰਸ਼ਨ ਕਰਨ ਵਾਸਤੇ ਵਾਰੀ-ਵਾਰੀ ਪਹੁੰਚੇ ਹਨ। ਬੰਧਨ ਕਰਤ ਸੰਗ ਹੀ ਚਲੇ। ਅਤੇ ਸਤਿਗੁਰਾਂ ਨੂੰ ਆ ਕੇ ਮੱਥਾ ਟੇਕਦੇ ਤੇ ਨਾਲ ਚੱਲ ਪਏ ਹਨ। ਪੁਰ ਨਰ ਨਾਰ ਦਰਨ ਹੋਏ ਖਲੇ। ਸੋ ਇਸ ਤਰ੍ਹਾਂ ਨਗਰ ਦੇ ਵਿੱਚ ਇਸਤਰੀਆਂ ਅਤੇ ਜਿਹੜੇ ਨਰ ਨੇ, ਉਹ ਦਰਵਾਜ਼ਿਆਂ ਦੇ ਵਿੱਚ ਖੜ ਕੇ ਮਹਾਰਾਜ ਦੇ ਦਰਸ਼ਨ ਕਰ ਰਹੇ ਹਨ। ਕਰ ਬੰਦਾ ਹਰ ਸੀਸ ਨਿਵਾਵੇ। ਕੋਈ ਸੰਗਤਾਂ ਹੱਥ ਜੋੜਦੀਆਂ ਪਈਆਂ, ਕੋਈ ਸਿਰ ਝੁਕਾ ਕੇ ਨਮਸਕਾਰ ਕਰਦੀਆਂ ਹਨ। ਔਰ ਤੌਰ ਪਰਖੈ ਬਿਸਮਾਵੇ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਔਰ ਤੌਰ ਪਰਖੈ, ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਬੜੇ ਹੈਰਾਨ ਹੁੰਦੇ ਹਨ। ਕਹਿਨ ਸੁਨਨ ਕਿਸ ਹਉ ਨਹਿ ਕੋਈ ਕਰੇ। ਵੀ ਕਿਸੇ ਨੂੰ ਕਹਿੰਦਾ ਜਾਂ ਸੁਣਦਾ ਨਹੀਂ ਹੈ, ਐਸੀ ਮਹਿਮਾ ਹੋ ਰਹੀ ਹੈ। ਰਸ ਭਰ ਦ੍ਰਿਗ ਨਹਿ ਕਿਸਹੂ ਨਿਹਰਈ। ਸੋ ਕਹਿਣ ਲੱਗੇ ਵੀ ਸਾਰਿਆਂ ਦੇ ਨੇਤਰ ਰਸ ਦੇ ਨਾਲ, ਦਰਸ਼ਨਾਂ ਦੇ ਨਾਲ ਭਰੇ ਹੋਏ ਨੇ। ਇਸ ਵੇਲੇ ਸਤਿਗੁਰਾਂ ਤੋਂ ਬਿਨਾਂ ਹੋਰ ਕਿਸੇ ਨੂੰ ਵੇਖਣ ਦਾ ਮਨ ਨਹੀਂ ਹੈ। ਉਦਾਸੀਨ ਸਭ ਸੋ ਰਸ ਏਕ। ਸੋ ਕਹਿਣ ਲੱਗੇ ਸਾਰੇ ਉਦਾਸੀਨ ਹੋ ਕੇ ਇੱਕ ਰਸ ਦੇ ਨਾਲ ਇਹ ਮਿਲਦੇ ਪਏ ਹਨ। ਤੇਜ ਉਗਰ ਭੇ ਜਲਦ ਵਿਵੇਕ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮੇਤ ਤੇਜ ਪ੍ਰਤਾਪ ਦੇ ਹਨ, ਜੋ ਜਲਦ ਵਿਵੇਕੀਏ ਕਿਰਪਾ ਦੇ ਸਮੁੰਦਰ ਹਨ। ਪੁਰ ਮਹਿ ਮੰਗਲ ਅਨਕ ਪ੍ਰਕਾਰ। ਇਸ ਤਰ੍ਹਾਂ ਪਿੰਡ ਦੇ ਵਿੱਚ ਅਨੇਕ ਤਰ੍ਹਾਂ ਦੇ ਮੰਗਲ ਖੁਸ਼ੀਆਂ ਹੋ ਰਹੀਆਂ ਹਨ। ਗੁਰ ਆਗਮਨ ਜਲਦ ਜਨ ਭਾਰਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਆਉਣਾ ਜਿਹੜਾ ਹੈ, ਗੁਰਮੁਖੋ ਇਹ ਬਦਲਾਂ ਦੀ ਧਾਰ ਹੈ। ਬਦਲਾਂ ਦੇ ਵਾਂਗ ਮਹਾਰਾਜ ਸਾਹਿਬ ਜੀ ਆਏ ਹਨ। ਜਲ ਪ੍ਰਮੋਦ ਕੋ ਬਹੁ ਬਰਖਾਇਓ। ਤੇ ਜਿਸ ਤਰ੍ਹਾਂ ਬੱਦਲ ਆਉਂਦੇ ਨੇ ਤੇ ਗੁਰਮੁਖੋ ਮੀਂਹ ਪੈਂਦਾ, ਅੱਜ ਸਤਿਗੁਰੂ ਆਏ ਨੇ, ਅੱਜ ਖੁਸ਼ੀਆਂ ਦਾ ਮੀਂਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੈਣਾ ਹੈ। ਤਪਤ ਹੁਤੀ ਉਪਰ ਰਹਿ ਆਇਓ। ਸੋ ਕਹਿਣ ਲੱਗੇ ਜੇ ਧਰਤੀ ਤਪੀ ਹੋਵੇ ਤੇ ਬੱਦਲਾਂ ਦੀ ਛਾਂ ਹੋ ਜਾਵੇ ਤੇ ਧਰਤੀ ਠੰਡੀ ਹੋ ਜਾਂਦੀ ਹੈ। ਸਿੱਖਾਂ ਦੇ ਹਿਰਦੇ ਰੂਪੀ ਧਰਤੀ ਤਪੀ ਹੋਈ ਹੈ। ਮਹਾਰਾਜ ਦੇ ਦਿਦਾਰੇ ਜਿਹੜੇ ਬਦਲਾਂ ਦੀ ਛਾਂ ਵਰਗੇ ਠੰਡਕ ਦੇਣ ਵਾਲੇ ਹਨ। ਮੰਦਰ ਸੁੰਦਰ ਅੰਦਰ ਗਏ। ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਸੇਵਕਾਂ ਨੂੰ ਦਰਸ਼ਨ ਦੇ ਕੇ ਆਪਣੇ ਮਹਿਲ ਦੇ ਅੰਦਰ ਗਏ ਹਨ। ਚਾਰ ਸਿੰਘਾਸਨ ਬੈਠਤ ਭਏ। ਬੜੇ ਸੋਹਣੇ ਸਿੰਘਾਸਣ ਦੇ ਉੱਪਰ ਮਹਾਰਾਜ ਜਾ ਕੇ ਬਿਰਾਜਮਾਨ ਹੋਏ ਹਨ। ਪੰਚਾ ਅੰਮ੍ਰਿਤ ਘਰ ਘਰ ਪ੍ਰਤ ਹੋਵਾ। ਅਤੇ ਇਸ ਤਰ੍ਹਾਂ ਕੜਾਹ ਪ੍ਰਸਾਦ ਜਿਹੜਾ ਹੈ ਉਹ ਬਹੁਤ ਜ਼ਿਆਦਾ ਬਣਵਾਇਆ ਗਿਆ ਤੇ ਸੰਗਤਾਂ ਵਿੱਚ ਵਰਤਾਇਆ ਹੈ। ਅਤ ਪ੍ਰਿਯ ਗੁਰ ਕੋ ਦਰਸ਼ਨ ਜੋਵਾ। ਸਤਿਗੁਰਾਂ ਦੇ ਪਵਿੱਤਰ ਦਰਸ਼ਨ ਜਿਹੜੇ ਨੇ ਸੰਗਤਾਂ ਸਿੱਖਾਂ ਨੇ ਕੀਤੇ ਹਨ। ਆਨ ਕਰਾਵਤ ਸਿੱਖ ਅਰਦਾਸ। ਸਿੱਖ ਆ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਵਾਉਂਦੇ ਹਨ। ਧਰੈ ਤੂਸ਼ਨੀ ਬੈਠੈ ਪਾਸ। ਅਤੇ ਫਿਰ ਮੱਥਾ ਟੇਕ ਕੇ ਮਹਾਰਾਜ ਸਾਹਿਬ ਜੀਆਂ ਦੇ ਕੋਲ ਚੁੱਪ ਕਰਕੇ ਬੈਠ ਜਾਂਦੇ। ਦੀਪਕ ਮਾਲਾ ਸਭਨ ਕਰੀ। ਸਾਰਿਆਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਦੀਵਿਆਂ ਦੀ ਜਿਹੜੀ ਹੈ ਉਹ ਬਾਲ ਕੇ ਖੁਸ਼ੀ ਪ੍ਰਗਟ ਕੀਤੀ ਹੈ। ਆਪੋ ਆਪਣੇ ਘਰਾਂ ਦੇ ਦਰਵਾਜ਼ਿਆਂ ਦੇ ਵਿੱਚ, ਘਰ ਦੇ ਵਿੱਚ ਦੀਵੇ ਬਾਲ ਕੇ ਰੋਸ਼ਨੀ ਵਾਸਤੇ ਰੱਖੇ ਹਨ। ਘਰ ਘਰ ਕੇ ਸਿਖਰਨ ਪਰ ਧਰੀ। ਸੋ ਕਹਿਣ ਲੱਗੇ ਹਰੇਕ ਘਰ ਨੇ ਆਪਣੀ ਉੱਚੀ ਥਾਂ ਦੇ ਉੱਪਰ, ਕਿਸੇ ਨੇ ਛੱਤ ਤੇ, ਕਿਸੇ ਨੇ ਬਨੇਰੇ ਦੇ, ਕਿਸੇ ਨੇ ਉੱਪਰ ਹੋਰ ਅਟਾਰੀ ਦੇ, ਇਹ ਦੀਵੇ ਜਿਹੜੇ ਬਾਲ ਕੇ ਰੱਖੇ ਹੋਏ ਹਨ। ਨੌਬਤ ਬਾਜਤ ਦੀਰਘ ਪੌਰ। ਇਸ ਤਰ੍ਹਾਂ ਕਹਿਣ ਲੱਗੇ ਵੀ ਨੌਬਤਾਂ ਜਿਹੜੀਆਂ ਨੇ ਨਫੀਰੀਆਂ ਵੱਜਦੀਆਂ ਪਈਆਂ ਤੇ ਦਰਵਾਜ਼ਿਆਂ ਦੇ ਉੱਪਰ ਬਾਜੇ ਜਿਹੜੇ ਵੱਜਦੇ ਪਏ ਹਨ। ਸੰਗ ਨਫੀਰਨ ਕੇ ਗਨ ਸ਼ੋਰ। ਇਸ ਤਰ੍ਹਾਂ ਬਹੁਤ ਜ਼ਿਆਦਾ ਸ਼ੰਖ ਤੇ ਨਫੀਰੀਆਂ ਕਹੀਏ, ਤੁਤਰੀਆਂ ਇਤਿਆਦਿ ਕੇ ਸਾਜ਼ ਨੇ, ਤੁਰਲੀਆਂ ਵਗੈਰਾ ਵੱਜਦੀਆਂ ਹਨ। ਅਤ ਉਤਸਭਾ ਨਗਰ ਇਸ ਮਝਾਰੀ। ਤਰ੍ਹਾਂ ਕਹਿਣ ਲੱਗੇ ਵੀ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਬੜੀ ਖੁਸ਼ੀ ਮਨਾਈ ਜਾ ਰਹੀ ਹੈ। ਜੈ ਸਤਿਗੁਰ ਕੀ ਕਹਿ ਨਰ ਨਾਰੀ। ਹਰੇਕ ਹੀ ਸਤਿਗੁਰਾਂ ਦੇ ਦਰਸ਼ਨ ਕਰਕੇ ਆਖਦਾ ਸਤਿਗੁਰਾਂ ਦੀ ਜੈ ਹੋਵੇ, ਜੈ ਹੋਵੇ। ਖਾਨ ਪਾਨ ਕਰ ਕਰ ਗੁਰਬਾਤੀ। ਇਸ ਤਰ੍ਹਾਂ ਰਾਤ ਨੂੰ ਪ੍ਰਸ਼ਾਦਾ ਪਾਣੀ ਛਕਿਆ
ਹੈ ਤੇ ਸਾਰੇ ਹੀ ਸਤਿਗੁਰਾਂ ਦੀਆਂ ਗੱਲਾਂ ਬਾਤਾਂ ਕਰਦੇ, ਸਾਰੇ ਹੀ ਸਤਿਗੁਰਾਂ ਦੇ ਬਚਨ ਬਲਾਸ ਕਰਦੇ ਹਨ। ਸਗਰੇ ਸੁਪਤ ਜਥਾ ਸੁਖ ਰਾਤੀ। ਜਦੋਂ ਰਾਤ ਪੈ ਗਈ ਹੈ, ਸਾਰੇ ਆਪੋ ਆਪਣੇ ਪਲੰਘਿਆਂ ਤੇ ਮੰਜਿਆਂ ਤੇ ਜਿੱਥੇ ਜਿੱਥੇ ਜਗ੍ਹਾ ਪ੍ਰਾਪਤ ਹੋਈ ਹੈ ਆਰਾਮ ਕਰਨ ਵਾਸਤੇ ਸੁੱਤੇ ਹਨ। ਬੜੀ ਪ੍ਰਾਤ ਤੇ ਸਤਿਗੁਰ ਜਾਗੇ। ਕਹਿਣ ਲੱਗੇ ਜਦੋਂ ਵੱਡਾ ਅੰਮ੍ਰਿਤ ਵੇਲਾ ਹੋਇਆ ਹੈ ਤੇ ਸਤਿਗੁਰੂ ਪਾਤਸ਼ਾਹ ਉਸ ਵੇਲੇ ਅੰਮ੍ਰਿਤ ਵੇਲੇ ਉੱਠੇ ਹਨ। ਸੋ ਇਸ਼ਨਾਨ ਕਰਨ ਪ੍ਰਭ ਲਾਗੇ। ਤੇ ਰੋਜ਼ ਦੀ ਕਿਰਿਆ ਦੇ ਮੁਤਾਬਕ ਮਹਾਰਾਜ ਸਾਹਿਬ ਜੀਆਂ ਨੇ ਦਾਤਨ ਕੁਰਲਾ ਕੀਤਾ ਹੈ ਤੇ ਫਿਰ ਇਸ਼ਨਾਨ ਕੀਤਾ ਹੈ। ਬਸਤਰ ਸ਼ਸਤਰ ਸਭ ਅੰਗ ਸਜਾਏ। ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਪਰ ਸੋਹਣੇ ਬਸਤਰ ਤੇ ਸ਼ਸਤਰ ਸਜਾਏ ਹਨ। ਲੈਨ ਹਾਰ ਜੇ ਗਨ ਧਨ ਗਨ ਆਏ। ਇਹਨੇ ਚਿਰ ਨੂੰ ਜਿਹੜੇ ਲੈਣ ਵਾਲੇ ਮੰਗਤੇ ਨੇ, ਦਾਨ ਲੈਣ ਵਾਲੇ, ਉਹ ਵੀ ਚੱਲ ਕੇ ਆ ਗਏ ਹਨ। ਸਭ ਕੋ ਦੀਨ ਸਦਾਨ ਕਨੇਰੇ। ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਜਿਹੜਾ ਦਾਨ ਹੈ ਉਹ ਗੁਰੂ ਘਰ ਦੇ ਵੱਲੋਂ ਪ੍ਰਾਪਤ ਹੋਇਆ ਹੈ। ਲੇਕਰ ਸਭ ਕੇ ਆਨੰਦ ਕਨੇਰੇ। ਜਿਹਨੇ ਜਿਹਨੇ ਗੁਰਮੁਖੋ ਦਾਨ ਪ੍ਰਾਪਤ ਕੀਤਾ, ਲੈ ਕੇ ਦਾਨ ਤੇ ਸਾਰੇ ਆਨੰਦ ਦੇ ਸਮੇਤ ਹੁੰਦੇ ਹਨ। ਹੁਕਮ ਜਗ ਕਰਵੇ ਕੋ ਦਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸਾਰਿਆਂ ਦੇ ਵਾਸਤੇ ਸੋਹਣਾ ਖੁੱਲਾ ਲੰਗਰ ਪ੍ਰਸਾਦਾ ਬਣਾਉਣ ਵਾਸਤੇ ਬਚਨ ਕੀਤੇ ਹਨ। ਅਨਕ ਆਹਾਰ ਸਨਗਦੈ ਭਇਓ। ਸਨਗਦੈ ਭਇਓ ਤੇ ਕਹਿਣ ਲੱਗੇ ਮਹਾਰਾਜ ਸਾਹਿਬ ਜੀਆਂ ਦਾ ਬਚਨ ਜਿਸ ਵੇਲੇ ਹੋਇਆ ਤੇ ਫਿਰ ਸਨਿਗਧ ਭੋਜਨ ਜਿਹੜਾ ਹੈ ਉਹ ਤਿਆਰ ਕੀਤਾ। ਗੁਰਮੁਖੋ ਸਨਿਗਧ ਭੋਜਨ ਉਸ ਨੂੰ ਕਿਹਾ ਜਾਂਦਾ ਜਿਹੜਾ ਦੇਸੀ ਘਿਓ ਦੇ ਵਿੱਚ ਤਲਿਆ ਹੋਵੇ, ਜਿਵੇਂ ਪੂੜੀਆਂ ਇਤਿਆਦਿਕ ਬਣਦੀਆਂ ਨਾ ਘਿਓ ਦੇ ਵਿੱਚ ਤਲ ਕੇ, ਉਹਨੂੰ ਸਨਿਗਧ ਭੋਜਨ ਕਿਹਾ ਜਾਂਦਾ। ਮਹਾਰਾਜ ਕਹਿਣ ਲੱਗੇ ਸੋਹਣਾ ਲੰਗਰ ਤਿਆਰ ਕਰੋ ਜਿਹਦੇ ਵਿੱਚ ਪ੍ਰਸ਼ਾਦਾ ਬਣੇ, ਸਬਜ਼ੀਆਂ ਬਣ ਜਾਣ, ਪੂੜੀਆਂ ਬਣ ਜਾਣ, ਇਸ ਤਰ੍ਹਾਂ ਛੋਲੇ ਵਗੈਰਾ ਜੋ ਚਨੇ ਨੇ ਉਹ ਬਣਾਏ ਜਾਣ। ਇਸ ਤਰ੍ਹਾਂ ਸੋਹਣੇ ਭੋਜਨ ਜਿਹੜੇ ਸਾਨੂੰ ਤਿਆਰ ਕਰਵਾਏ ਹਨ। ਪੂਰਕਾ ਬਹੁ ਪੰਚਾਮ੍ਰਿਤ। ਬਹੁਤ ਸਾਰੀਆਂ ਪੂੜੀਆਂ ਜਿਹੜੀਆਂ ਨੇ ਉਹ ਦੇਸੀ ਘਿਓ ਦੇ ਵਿੱਚ ਬਣਾ ਕੇ ਜਿਹੜੇ ਬਣਾਉਣ ਵਾਲੇ ਨੇ ਕਾਰੀਗਰ ਬਣਾ ਕੇ ਰੱਖਦੇ ਹਨ। ਵਿਪਰਸਾਦ ਬੋਲੇ ਪਾਠ ਜਤ। ਸੋ ਕਹਿਣ ਲੱਗੇ ਵੀ ਜਿਹੜਾ ਜਿਹੜਾ ਵੀ ਛਕਦਾ ਹੈ ਨਾ ਉਹਨਾਂ ਪੂੜੀਆਂ ਨੂੰ ਸਾਰੇ ਆਖਦੇ ਸ਼ਾਬਾਸ਼ ਸ਼ਾਬਾਸ਼, ਬੜੀਆਂ ਸਵਾਦ ਨੇ, ਕਿਹਨੇ ਬਣਾਈਆਂ, ਬੜੀਆਂ ਸਵਾਦ ਨੇ। ਇਸ ਤਰ੍ਹਾਂ ਬੜੇ ਸਵਾਦ ਦੇ ਨਾਲ ਉਹਨਾਂ ਪੂੜੀਆਂ ਨੂੰ ਛਕਦੇ ਹਨ। ਮਨ ਭਾਵਤ ਭੋਜਨ ਕੋ ਖਾਇਓ। ਇਸ ਤਰ੍ਹਾਂ ਕਹਿਣ ਲੱਗੇ ਵੀ ਮਨ ਭਾਉਂਦਾ ਇਹਨਾਂ ਸਾਰਿਆਂ ਨੇ ਭੋਜਨ ਜਿਹੜਾ ਹੈ ਉਹ ਛਕਣਾ ਕੀਤਾ ਹੈ। ਅਨਕ ਦਾਨ ਸਭਨ ਕੋ ਪਾਇਓ। ਅਤੇ ਫਿਰ ਜਦੋਂ ਭੋਜਨ ਛਕਾਇਆ ਗਿਆ, ਜਿਹੜੇ ਸਾਧੂ ਆਏ ਸਨ ਵੱਖ-ਵੱਖ ਧਰਮਾਂ ਦੇ, ਮਤਾਂ ਦੇ, ਉਹਨਾਂ ਸਾਧੂਆਂ ਨੂੰ ਫਿਰ ਗੁਰੂ ਘਰ ਦੇ ਵੱਲੋਂ ਦਾਨ ਵੀ ਮਿਲਿਆ। ਪ੍ਰਸ਼ਾਦਾ ਛਕਣ ਤੋਂ ਉਪਰੰਤ ਫਿਰ ਉਹਨਾਂ ਸਾਰਿਆਂ ਨੂੰ ਵੱਖੋ ਵੱਖਰਾ ਦਾਨ ਜਿਹੜਾ ਹੈ ਉਹ ਪ੍ਰਾਪਤ ਹੋਇਆ ਹੈ। ਸਾਰਿਆਂ ਨੂੰ ਮਾਇਆ ਪ੍ਰਾਪਤ ਹੋਈ ਹੈ। ਇੱਕ ਉਦਾਰਤਾ ਗੁਰ ਉਰਕੇਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਿੱਚ ਬੜੀ ਵੱਡੀ ਉਦਾਰਤਾ ਹੈ। ਬੜੇ ਵੱਡੇ ਉਦਾਰ ਦਾਤੇ ਨੇ। ਜਿਹਨੂੰ ਮਹਾਰਾਜ ਬਖਸ਼ਿਸ਼ ਕਰਦੇ ਉਹਦੀਆਂ ਗਰੀਬੀਆਂ ਖਤਮ ਕਰ ਦਿੰਦੇ। ਜਿਹਦੇ ਉੱਪਰ ਬਖਸ਼ਿਸ਼ ਕਰਦੇ ਉਹਨੂੰ ਬੇਅੰਤ ਧਨ ਮਹਾਰਾਜ ਬਖਸ਼ ਦਿੰਦੇ। ਵੱਡੀ ਦਿਆਲਤਾ ਮਹਾਰਾਜ, ਵੱਡਾ ਦਾਨ ਦਿੰਦੇ ਹਨ। ਬਿਸਮ ਕੁਬੇਰ ਸੁਮੇਰ ਵਡੇਰੀ। ਕਹਿਣ ਲੱਗੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਦਾਨ ਵੇਖ ਕੇ ਕੁਬੇਰ ਜਿਹੜਾ ਨਾ ਉਹ ਵੀ ਹੈਰਾਨ ਹੋ ਜਾਂਦਾ। ਦੇਵਤਿਆਂ ਦਾ ਜਿਹੜਾ ਖਜ਼ਾਨਾ ਮੰਤਰੀ ਹੈ ਉਸ ਨੂੰ ਕਿਹਾ ਜਾਂਦਾ ਕੁਬੇਰ। ਜਿਹੜਾ ਦੇਵਤੇ ਜਿਹਦੇ ਕੋਲੋਂ ਧਨ ਲੈ ਕੇ ਵਰਤਦੇ ਨੇ, ਜਿਹੜਾ ਖਜ਼ਾਨਚੀ ਹੈ ਦੇਵਤਿਆਂ ਦਾ, ਉਸ ਨੂੰ ਕੁਬੇਰ ਕਿਹਾ ਜਾਂਦਾ। ਕਹਿਣ ਲੱਗੇ ਮਹਾਰਾਜ ਜੀ ਐਸਾ ਖੁੱਲਾ ਦਾਨ ਕਰਦੇ ਪਏ ਜਿਹਦੇ ਵੱਲ ਵੇਖ ਕੇ ਕੁਬੇਰ ਵੀ ਹੈਰਾਨ ਹੋ ਜਾਵੇ ਵੀ ਸਤਿਗੁਰੂ ਏਡੇ ਵੱਡੇ ਦਾਤੇ ਹਨ। ਜੇ ਰੁੱਖ ਕਰ ਇਤਕੋ ਬਲ ਧਰੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਜਿਗ ਤੇ ਆਪਣਾ ਰੁੱਖ ਕਰ ਲੈਣ ਨਾ ਕਿਸੇ ਪਾਸੇ ਨੂੰ, ਤੇ ਇੰਨਾ ਬਲ ਆਪਣੇ ਵਿੱਚ ਧਾਰਦੇ ਹਨ। ਹਮਕੋ ਲਟ ਬਾਂਟ ਬੋ ਕਰੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਹਮਕੋ ਲਟ ਬਾਂਧ ਬੋ ਕਰੈ। ਜੇ ਮਹਾਰਾਜ ਕਿਤੇ ਸਾਡੇ ਵੱਲੇ ਮੁਖ ਕਰ ਲੈਣ ਨਾ, ਕੁਬੇਰ ਕਹਿੰਦਾ, ਤੇ ਸਾਨੂੰ ਵੀ ਮਹਾਰਾਜ ਸੰਗਤ ਵਿੱਚ ਹੀ ਵੰਡ ਦੇਣ, ਸੰਗਤ ਨੂੰ ਦੇ ਦੇਣ। ਐਸੇ ਵੱਡੇ ਮਹਾਰਾਜ ਦਾਤੇ ਹਨ। ਬਰਿੰਦ ਅਸ਼ਰਫੀ ਘਨੇ ਰਜਤ ਪਮ। ਬਹੁਤ ਜ਼ਿਆਦੀਆਂ ਅਸ਼ਰਫੀਆਂ, ਸੋਨੇ ਦੇ ਰੁਪਈਏ, ਸੋਨੇ ਦੇ ਸਿੱਕੇ ਜਾਂ ਸੋਨੇ ਦੀਆਂ ਮੋਹਰਾਂ, ਤੇ ਬਹੁਤ ਜ਼ਿਆਦਾ ਜਿਹੜੇ ਚਾਂਦੀ ਦੇ ਰੁਪਈਏ ਹਨ। ਜਾਚਕ ਕਰੇ ਨਿਹਾਲ ਅਨਕ ਗਨ। ਅਨੇਕ ਤਰ੍ਹਾਂ ਦੇ ਮੰਗਤੇ ਆਉਂਦੇ ਤੇ ਸਤਿਗੁਰੂ ਜੀ ਦਿੰਦੇ। ਕਿਸੇ ਨੂੰ ਚਾਂਦੀ ਦੇ ਰੁਪਈਆਂ ਦੀ ਮੁੱਠ ਭਰ ਕੇ ਦਿੱਤੀ ਹੈ, ਕਿਸੇ ਨੂੰ ਸੋਨੇ ਦੇ ਰੁਪਈਏ ਮੋਹਰਾਂ ਜਿਹੜੀਆਂ ਨੇ ਮੁੱਠ ਭਰ ਭਰ ਕੇ ਦੇ ਕੇ ਗਰੀਬਾਂ ਦੀ ਗਰੀਬੀ, ਕੰਗਾਲਾਂ ਦੀ ਕੰਗਾਲੀ ਦੂਰ ਕਰ ਦਿੱਤੀ ਹੈ। ਦਾਨ ਦੇਖ ਬਿਸਮਤ ਨਰ ਨਾਰੀ। ਜਿਹੜਾ ਜਿਹੜਾ ਵੇਖਦਾ ਨਾ ਜਦੋਂ ਮਹਾਰਾਜ ਦਾਨ ਵੰਡਦੇ ਪਏ ਗਰੀਬਾਂ ਨੂੰ, ਜਿਹੜਾ ਵੇਖਦਾ ਉਹ ਹੈਰਾਨ ਹੋ ਜਾਂਦਾ ਵੀ ਮਹਾਰਾਜ ਇੰਨਾ ਵੱਡਾ ਦਾਨ ਕਿਵੇਂ ਵੰਡਦੇ ਹਨ। ਭਇਓ ਕੁਲਾਹਲਪੁਰ ਮੈਂ ਭਾਰੀ। ਇਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਕੁਲਾਹਲ ਕਹੀਏ ਰੌਲਾ ਪੈ ਰਿਹਾ, ਸ਼ੋਰ ਸ਼ਰਾਬਾ ਹੋ ਰਿਹਾ ਹੈ। ਦਿਜ ਕੇਸ਼ਵ ਤਬ ਨਹੀਂ ਬੁਲਾਇਓ। ਕਹਿਣ ਲੱਗੇ ਵੀ ਸਤਿਗੁਰਾਂ ਨੇ ਸਾਰਿਆਂ ਨੂੰ ਇਹ ਦਾਨ ਦਿੱਤਾ, ਪਰ ਜੇ ਨਹੀਂ ਦਿੱਤਾ ਤੇ ਕੇਸੋ ਦਾਸ ਨੂੰ ਨਹੀਂ ਦਿੱਤਾ। ਇਹ ਵੀ ਆ ਗਿਆ ਨਾ ਚੱਲ ਫਿਰ ਕੇ ਘੁੰਮ ਘੁਮਾ ਕੇ।
ਮਹਾਰਾਜ ਨੇ ਇਹਨੂੰ ਕੋਈ ਦਾਨ ਨਹੀਂ ਦਿੱਤਾ ਹੈ। ਬਿਦ ਤਨ ਸਮੇਂ ਜੋ ਉੱਠ ਕਰ ਆਇਓ। ਸੋ ਕਹਿਣ ਲੱਗੇ ਵੀ ਇਹ ਬਹਾਨਾ ਬਣਾ ਕੇ ਭੱਜ ਆਇਆ ਸੀ ਨਾ, ਕਿ ਮਹਾਰਾਜ ਹੁਣ ਦੇਵੀ ਪ੍ਰਗਟ ਹੋਣ ਲੱਗੀ ਹੈ, ਤੁਸੀਂ ਇਕੱਲੇ ਹੀ ਰਹੋ ਇੱਥੇ ਤੇ ਮੈਂ ਚੱਲਿਆ। ਇਹ ਭੱਜ ਆਇਆ ਸੀ, ਇਸ ਕਰਕੇ ਮਹਾਰਾਜ ਨੇ ਇਹਨੂੰ ਕੋਈ ਦਾਨ ਨਹੀਂ ਦਿੱਤਾ ਹੈ। ਤਿਨ ਸੁਨ ਅਧਿਕ ਰੂਸ ਬੋਲੀ ਨਾ। ਜਦੋਂ ਇਹਨੂੰ ਪਤਾ ਲੱਗਾ ਨਾ ਵੀ ਮੈਂ 10 ਮਹੀਨੇ ਲਗਾ ਰਿਹਾ, ਮੰਤਰ ਪੜ੍ਹਦਾ ਰਿਹਾ, ਦੇਵੀ ਨਹੀਂ ਪ੍ਰਗਟ ਹੋਈ ਤੇ ਮੇਰਾ ਕੀ ਕਸੂਰ ਹੈ, ਮਹਾਰਾਜ ਨੇ ਮੈਨੂੰ ਤੇ ਧਨ ਦਿੱਤਾ ਹੀ ਕੋਈ ਨਹੀਂ, ਦੂਜੇ ਲੋਕਾਂ ਨੂੰ ਧਨ ਵੰਡਿਆ। ਇਹ ਰੁੱਸ ਗਿਆ ਮਹਾਰਾਜ ਦੇ ਨਾਲ, ਨਾਰਾਜ਼ ਹੋ ਗਿਆ ਵੀ ਮੈਂ 10 ਮਹੀਨਿਆਂ ਤੋਂ ਇੰਨੀ ਮਿਹਨਤ ਕਰਦਾ ਪਿਆ, ਪਰ ਤੁਸੀਂ ਮੈਨੂੰ ਦਿੱਤਾ ਕੁਝ ਨਹੀਂ ਹੈ। ਜਿਹੜੇ ਮਗਰੋਂ ਆਏ ਨੇ ਉਹ ਪ੍ਰਸ਼ਾਦਾ ਛਕਣ ਵਾਲਿਆਂ ਨੂੰ ਬਹੁਤੀ ਤੁਸੀਂ ਮਾਇਆ ਦੇ ਦਿੱਤੀ ਹੈ। ਜਦੋਂ ਕੇਸੋ ਦਾਸ ਨੂੰ ਪਤਾ ਲੱਗਾ ਰੁੱਸ ਗਿਆ ਹੈ। ਮੋਹਿ ਨਾ ਹਕਾਰਿਓ ਇਹ ਕਿਆ ਕੀਨਾ। ਇਹ ਮਨ ਵਿੱਚ ਸੋਚਦਾ ਵੀ ਮਹਾਰਾਜ ਨੇ ਮੈਨੂੰ ਕਿਉਂ ਨਹੀਂ ਯਾਦ ਕੀਤਾ। ਜਿੱਥੇ ਬਾਕੀ ਪੰਡਤਾਂ ਨੂੰ, ਸੰਨਿਆਸੀਆਂ ਨੂੰ, ਸਾਧੂਆਂ ਨੂੰ ਮਹਾਰਾਜ ਨੇ ਦਾਨ ਵੰਡਿਆ ਹੈ, ਤੇ ਮਹਾਰਾਜ ਮੈਨੂੰ ਵੀ ਦਾਨ ਦਿੰਦੇ। ਮੈਂ ਇੰਨਾ ਸਮਾਂ ਮਹਾਰਾਜ ਦੇ ਨਾਲ ਰਿਹਾ, ਇਹ ਮਹਾਰਾਜ ਦੇ ਨਾਲ ਰੁੱਸ ਗਿਆ, ਨਾਰਾਜ਼ ਹੋ ਗਿਆ ਹੈ। ਸ਼੍ਰੀ ਅੰਤਰਜਾਮੀ ਸਭ ਜਾਣੀ। ਸਤਿਗੁਰੂ ਜਾਣਦੇ ਨੇ ਸਾਰਾ ਕੁਝ। ਮਹਾਰਾਜ ਜਾਣ ਗਿਆ ਵੀ ਕੇਸੋ ਦਾਸ ਨਾਰਾਜ਼ ਹੋ ਕੇ ਬੈਠ ਗਿਆ। ਜਾਣੀ ਜਾਣ ਮਹਾਰਾਜ ਜੀਆਂ ਨੇ ਜਾਣ ਕੇ ਉਸ ਵੇਲੇ ਨੰਦ ਚੰਦ ਸੋ ਗਿਰਾ ਬਖਾਨੀ। ਮਹਾਰਾਜ ਜੀਆਂ ਨੇ ਨਾ ਆਪਣੇ ਦੀਵਾਨ ਨੂੰ ਬੁਲਾਇਆ। ਦੀਵਾਨ ਦਾ ਨਾਮ ਹੈ ਭਾਈ ਨੰਦ ਚੰਦ। ਮਹਾਰਾਜ ਨੰਦ ਚੰਦ ਦੇ ਨਾਮ ਦਾ ਇਹ ਸਿੱਖ ਦਾ ਨਾਮ ਹੈ। ਗੁਰਮੁਖੋ, ਮਹਾਰਾਜ ਦਾ ਸਿੱਖ ਹੈ ਦੀਵਾਨ, ਨਾਮ ਹੈ ਨੰਦ ਚੰਦ। ਮਹਾਰਾਜ ਨੇ ਨੰਦ ਚੰਦ ਨੂੰ ਆਪਣੇ ਕੋਲ ਬੁਲਾਇਆ ਹੈ। ਅਬ ਪੰਡਤ ਕੋ ਆਨ ਹਕਾਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਾਓ ਭਾਈ ਉਸ ਪੰਡਤ ਨੂੰ ਆਵਾਜ਼ ਮਾਰ ਕੇ ਲਿਆਓ, ਜਿਹੜਾ ਕੇਸੋ ਦਾਸ ਹੈ ਨਾ, ਜਿਹਨੇ ਆਪਣਾ ਇਹ ਜੱਗ ਕਰਵਾਇਆ, ਜਿਹਨੇ ਆਪਣਾ ਇੰਨਾ ਖਰਚਾ ਕਰਵਾਇਆ ਤੇ ਪੱਲੇ ਕੁਝ ਨਹੀਂ ਪਾਇਆ। ਕਹਿਣ ਲੱਗੇ ਵੀ ਜਾਓ ਉਹਨੂੰ ਬੁਲਾ ਕੇ ਲਿਆਉਣਾ ਕਰੋ। ਅਸ ਕੋ ਬਿਸਰ ਗਇਓ ਤਿਸ ਬਾਰੀ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਹੁਣ ਉਹਦੇ ਨਾਲ ਬਚਨ ਬਲਾਸ ਕਰਦੇ ਹਾਂ। ਸੁਨ ਕਰ ਹੁਕਮ ਗੁਰੂ ਕਹੋ ਐਸੋ। ਉਸ ਵੇਲੇ ਸਤਿਗੁਰਾਂ ਦਾ ਹੁਕਮ ਸੁਣਿਆ ਤੇ ਸਿੱਖ ਉਸੇ ਵੇਲੇ ਦੌੜ ਕੇ ਗਿਆ ਪੰਡਤ ਨੂੰ ਆਵਾਜ਼ ਮਾਰਨ ਵਾਸਤੇ। ਗਮਨਿਓ ਜੈ ਪੰਡਤ ਬੈਸੋ। ਜਿੱਥੇ ਉਹ ਪੰਡਤ ਬੈਠਾ ਸੀ ਨਾ ਗੁਰਮੁਖੋ ਬਾਗ ਦੇ ਵਿੱਚ, ਰੋਸ ਕਰਕੇ, ਗੁੱਸਾ ਕਰਕੇ ਵੀ ਮਹਾਰਾਜ ਨੇ ਮੈਨੂੰ ਨਹੀਂ ਦਾਨ ਦਿੱਤਾ, ਬਾਕੀਆਂ ਨੂੰ ਦਾਨ ਦੇ ਦਿੱਤਾ। ਜਿੱਥੇ ਉਹ ਰੁੱਸ ਕੇ ਬੈਠਾ ਸੀ, ਸਿੱਖ ਉੱਥੇ ਪਹੁੰਚ ਗਿਆ ਹੈ। ਦਿਜ ਜੂ ਸਤਿਗੁਰ ਤੁਮੈ ਹਕਾਰਾ। ਉਸ ਵੇਲੇ ਸਿੱਖ ਨੇ ਜਾ ਕੇ ਆਖਿਆ, ਪੰਡਤ ਜੀ ਸਤਿਗੁਰੂ ਤੁਹਾਨੂੰ ਬੁਲਾਉਂਦੇ ਪਏ, ਚਲੋ ਮੇਰੇ ਨਾਲ ਤੇ ਮਹਾਰਾਜ ਦੇ ਕੋਲ ਪਹੁੰਚਣਾ ਕਰੋ। ਸਾਹਿਤ ਦਸ਼ਨਾ ਲਿਓ ਆਹਾਰਾ। ਤੇ ਸਤਿਗੁਰਾਂ ਨੇ ਬਚਨ ਕੀਤਾ ਵੀ ਨਾਲੇ ਦੇ ਭੋਜਨ ਛਕ ਲਾ ਆ ਕੇ, ਬਾਕੀਆਂ ਵਾਸਤੇ ਬਣਿਆ, ਤੇਰੇ ਵਾਸਤੇ ਵੀ ਬਣਿਆ, ਨਾਲੇ ਭੋਜਨ ਛਕੋ ਨਾਲੇ ਦਸ਼ਨਾ ਲੈ ਲਓ। ਮਨ ਵਿੱਚ ਰੋਸ ਕਰਕੇ ਬੈਠਾ ਨਾ ਵੀ ਮੈਨੂੰ ਨਹੀਂ ਮਹਾਰਾਜ ਨੇ ਕੋਈ ਦਿੱਤਾ। ਤੇ ਸਤਿਗੁਰੂ ਜਾਣ ਗਿਆ, ਕਹਿਣ ਲੱਗੇ ਵੀ ਜਾਓ ਉਹਨੂੰ ਬੁਲਾ ਕੇ ਲਿਆਓ, ਉਹਨੂੰ ਦਸ਼ਨਾ ਦੇਣਾ ਕਰੀਏ। ਵਿਪਰ ਕਹਿਓ ਹਾਂ ਅਬ ਹੋ ਨਾ ਜਾਵ। ਪੰਡਤ ਜਿਹੜਾ ਸੀ ਨਾ ਬ੍ਰਾਹਮਣ, ਇਹ ਚੌੜਾ ਹੋ ਗਿਆ, ਕਹਿਣ ਲੱਗਾ ਮੈਂ ਤਾਂ ਨਹੀਂ ਜਾਵਾਂਗਾ। ਭਾਵ ਇਹ ਹੈ ਵੀ ਮੈਨੂੰ ਪਹਿਲਾਂ ਦੇਣਾ ਚਾਹੀਦਾ, ਸਭ ਤੋਂ ਪਹਿਲਾਂ ਮੈਨੂੰ ਦਿੰਦੇ, ਮੇਰੀ ਵਡਿਆਈ ਕਰਦੇ ਸਾਰਿਆਂ ਵਿੱਚ, ਫਿਰ ਬਾਕੀਆਂ ਨੂੰ ਦਿੰਦੇ। ਮਹਾਰਾਜ ਨੇ ਪਹਿਲਾਂ ਤੇ ਮੈਨੂੰ ਦਿੱਤਾ ਨਹੀਂ। ਇਹਨੇ ਨਾ ਕਰਤੀ, ਕਹਿਣ ਲੱਗਾ ਮੈਂ ਨਹੀਂ ਜਾਂਦਾ, ਨਾ ਮੈਂ ਤੁਹਾਡੀ ਰੋਟੀ ਖਾਵਾਂ, ਨਾ ਮੈਂ ਤੁਹਾਡੇ ਕੋਲੋਂ ਦਸ਼ਨਾ ਲਵਾਂ। ਮੈਂ ਕੋਈ ਦਸ਼ਨਾ ਦਾ ਭੁੱਖਾ ਥੋੜ੍ਹੀ ਆ, ਮੈਨੂੰ ਮਾਇਆ ਦੀ ਕਮੀ ਥੋੜ੍ਹੀ ਹੈ, ਮੈਂ ਨਹੀਂ ਕੁਝ ਵੀ ਲੈਣਾ। ਇਹ ਪੰਡਤ ਗੁੱਸੇ ਵਿੱਚ ਆ ਕੇ ਇਸਨੇ ਸੱਦਿਆਂ ਵੀ ਨਾ ਕਰ ਦਿੱਤੀ ਹੈ। ਨਹੀਂ ਸੋ ਭੋਜਨ ਮੁਖ ਮਹਿ ਪਾਵੋ। ਮੈਂ ਤੁਹਾਡੇ ਘਰ ਦਾ ਇੱਥੋਂ ਦਾ ਭੋਜਨ ਮੂੰਹ ਵਿੱਚ ਨਹੀਂ ਪਾਵਾਂਗਾ, ਮੈਨੂੰ ਤੇ ਪਾਪ ਲੱਗੇਗਾ। ਮੈਂ ਹੁਣ ਗੁਰੂ ਦੇ ਘਰ ਦਾ ਪ੍ਰਸ਼ਾਦਾ ਨਹੀਂ ਛਕਣਾ, ਨਾ ਹੀ ਇੱਥੋਂ ਦਾ ਪਾਣੀ ਪੀਣਾ ਹੈ। ਪ੍ਰਥਮ ਵਿਪਰ ਸਿੱਖ ਸਾਧ ਜਿਵਾਏ। ਮਹਾਰਾਜ ਨੇ ਮੇਰੇ ਤੋਂ ਬਿਨਾ ਬਾਕੀ ਸਾਰੇ ਪੰਡਤਾਂ ਨੂੰ ਦਾਨ ਦਿੱਤਾ, ਸਾਰੇ ਬ੍ਰਾਹਮਣਾਂ ਨੂੰ ਦਾਨ ਮਿਲ ਗਿਆ, ਸਿੱਖਾਂ ਨੂੰ ਦਾਨ ਮਿਲ ਗਿਆ, ਸੰਨਿਆਸੀਆਂ ਨੂੰ, ਜੋਗੀਆਂ ਨੂੰ, ਭਾਵੇਂ ਕੋਈ ਪੀਰ ਹੈ, ਕੋਈ ਫਕੀਰ ਹੈ, ਜਿਹੜਾ ਵੀ ਲੰਗਰ ਵਿੱਚ ਬੈਠਾ, ਮਹਾਰਾਜ ਨੇ ਸਾਰਿਆਂ ਨੂੰ ਪਹਿਲਾਂ ਮਾਇਆ ਦਿੱਤੀ ਤੇ ਮੇਰਾ ਨੰਬਰ ਲਾਇਆ ਬਾਅਦ ਵਿੱਚ। ਮੇਰੇ ਤੋਂ ਪਹਿਲਾਂ ਸਾਰਿਆਂ ਨੂੰ ਦਾਨ ਦਿੱਤਾ ਹੈ। ਅੱਛੇ ਤੇ ਮੁਝ ਬੋਲ ਪਠਾਏ। ਤੇ ਹੁਣ ਪਿੱਛੋਂ ਮੈਨੂੰ ਆਖਿਆ ਵੀ ਤੂੰ ਆ ਕੇ ਲੋਕਾਂ ਦੀ ਜੂਠ ਖਾ ਲਾ, ਤੇ ਮੈਂ ਕਿਉਂ ਖਾਵਾਂ? ਸਾਰੇ ਭੋਜਨ ਛਕ ਗਏ ਨੇ, ਮਾਇਆ ਸਾਰੇ ਲੈ ਗਏ ਨੇ, ਮੈਂ ਰਹਿ ਗਿਆ ਮਗਰ। ਹੁਣ ਬਾਅਦ ਵਿੱਚ ਮੈਨੂੰ ਮਾਇਆ ਦੇਣੀ ਚਾਹੁੰਦੇ ਤੇ ਭੋਜਨ ਮੈਂ ਨਹੀਂ ਛਕਾਂਗਾ, ਨਾ ਹੀ ਮੈਂ ਮਾਇਆ ਲੈਣੀ ਹੈ। ਸਹਿ ਨਾ ਜਾਏ ਵਿਪਰੀਤ ਵਡੇਰੀ। ਇਹ ਮਹਾਰਾਜ ਨੇ ਉਲਟਾ ਕੰਮ ਕੀਤਾ, ਇਸ ਕਰਕੇ ਮੇਰੇ ਤੋਂ ਇਹ ਸਹਿਆ ਨਹੀਂ ਜਾਂਦਾ, ਮੈਂ ਸਹਾਰ ਨਹੀਂ ਸਕਦਾ। ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਹੈ। ਮੇਰਾ ਬੜਾ ਨਿਰਾਦਰ ਕੀਤਾ ਵੀ ਮੇਰੇ ਤੋਂ ਬਿਨਾ ਬਾਕੀ ਸਾਰਿਆਂ ਨੂੰ ਸਭ ਕੁਝ ਦਿੱਤਾ ਤੇ ਮੈਨੂੰ ਨਹੀਂ ਦਿੱਤਾ ਹੈ। ਹੁਤੋ ਮੁਖ ਸੁਧ ਨਾ ਤਿਸ ਕੇਰੀ। ਇਸ ਕਰਕੇ ਹੁਤੋ ਮੁਖ, ਮੈਂ ਸੀ ਸਾਰਿਆਂ ਦਾ ਮੁਖੀ, ਜਥੇਦਾਰ ਮੈਂ ਸੀ। ਸਭ ਤੋਂ ਪਹਿਲਾਂ ਮਹਾਰਾਜ ਮੈਨੂੰ ਦਿੰਦੇ, ਮੇਰੇ ਤੋਂ ਮਗਰੋਂ ਬਾਕੀ ਪੰਡਤਾਂ ਨੂੰ ਦਿੰਦੇ ਜਾਂ ਸੰਨਿਆਸੀ ਸਾਧੂਆਂ ਨੂੰ ਦਿੰਦੇ।
ਸ਼ੁਰੂਆਤ ਮਹਾਰਾਜ ਨੂੰ ਮੇਰੇ ਤੋਂ ਕਰਨੀ ਚਾਹੀਦੀ ਸੀ, ਪਰ ਮਹਾਰਾਜ ਨੇ ਮੈਨੂੰ ਤੇ ਯਾਦ ਨਹੀਂ ਕੀਤਾ। ਬਾਕੀ ਸਾਰਿਆਂ ਨੂੰ ਧਨ ਦਿੱਤਾ ਹੈ। ਕਰਮ ਜੇ ਉੱਤਮ ਜਗਤ ਮਝਾਰੀ, ਜਿਹੜੇ ਜਗਤ ਵਿੱਚ ਉੱਚੇ ਸੁੱਚੇ ਚੰਗੇ ਕੰਮ ਹਨ, ਸਰਬ ਵਿਖੈ ਹਮ ਰਹਿ ਅਗਾਰੀ। ਮੈਂ ਅੱਗੇ ਰਹਿੰਦਾ। ਇਹਦੇ ਮਨ ਵਿੱਚ ਹਉਮੈ ਆ ਵੀ ਜਿੰਨੇ ਚੰਗੇ ਕੰਮ ਨੇ ਉਹ ਮੈਂ ਹੀ ਕਰਦਾ, ਜਿੰਨੇ ਚੰਗੇ ਕੰਮ ਨੇ ਉਹ ਮੈਂ ਹੀ ਕਰਵਾ ਸਕਦਾ। ਜਿਵੇਂ ਜਗ ਕਰਨਾ, ਹਵਨ ਕਰਨਾ, ਵਿਦਿਆ ਪੜ੍ਹਾਉਣੀ, ਵਿਦਿਆ ਪੜ੍ਹਨੀ, ਇਹ ਸਾਰੇ ਉੱਤਮ ਕੰਮ ਨੇ, ਸ੍ਰੇਸ਼ਟ। ਇਹ ਪੰਡਤ ਕਹਿ ਰਿਹਾ ਵੀ ਇਹ ਕੰਮ ਮੈਂ ਹੀ ਕਰ ਸਕਦਾ, ਵਿਦਿਆ ਵੀ ਮੈਂ ਪੜ੍ਹਾ ਸਕਦਾ, ਗ੍ਰੰਥ ਵੀ ਮੈਂ ਪੜ੍ਹਾ ਸਕਦਾ, ਜਗ ਵੀ ਮੈਂ ਕੰਮ ਕਰ ਸਕਦਾ, ਕੰਮ ਸਾਰੇ ਮੈਂ ਚੰਗੇ ਕਰਾਂ ਤੇ ਦਾਨ ਮੈਨੂੰ ਬਾਅਦ ਵਿੱਚ ਮਿਲੇ। ਇਹ ਗੱਲ ਠੀਕ ਨਹੀਂ ਹੈ। ਆਪ ਪਛਤਾਤੀ ਕਿਮ ਨਾ ਜਾਉ। ਤੇ ਹੁਣ ਮੈਂ ਮਗਰੋਂ ਨਹੀਂ ਜਾਵਾਂਗਾ। ਜਾਂ ਤੇ ਮਹਾਰਾਜ ਸਭ ਤੋਂ ਪਹਿਲਾਂ ਮੈਨੂੰ ਬਿਠਾਉਂਦੇ, ਪਹਿਲਾਂ ਮੈਨੂੰ ਪ੍ਰਸ਼ਾਦਾ ਛਕਾਉਂਦੇ, ਪਹਿਲਾਂ ਦਾਨ ਮੈਨੂੰ ਦਿੰਦੇ, ਫਿਰ ਦਿੰਦੇ ਬਾਕੀ ਦੂਜਿਆਂ ਨੂੰ, ਤੇ ਠੀਕ ਹੈ। ਪਰ ਮਹਾਰਾਜ ਨੇ ਮੈਨੂੰ ਸਭ ਤੋਂ ਪਿੱਛੇ ਕਰ ਦਿੱਤਾ। ਇਸ ਕਰਕੇ ਮੈਂ ਹੁਣ ਗੁਰੂ ਦੇ ਘਰ ਦਾ ਨਾ ਭੋਜਨ ਛਕਣਾ, ਨਾ ਮਾਇਆ ਲੈਣੀ ਹੈ। ਅਚਉ ਅਸਨ ਬ੍ਰਹਿ ਮਤ ਲਿਜਾਉ। ਤੇ ਜੇ ਮੈਂ ਹੁਣ ਭੋਜਨ ਖਾਵਾਂਗਾ ਤੇ ਮੇਰਾ ਬ੍ਰਾਹਮਣ ਪੁਣਾ ਨੀਵਾ ਹੋ ਜਾਏਗਾ। ਮੈਂ ਫਿਰ ਬ੍ਰਾਹਮਣ ਨਹੀਂ ਨਾ ਰਹਿ ਗਿਆ, ਮੇਰੀ ਉਹ ਬੋਧੀ ਨਹੀਂ ਰਹਿ ਗਈ, ਮੇਰਾ ਉਹ ਸਤਿਕਾਰ ਨਹੀਂ ਰਹਿ ਗਿਆ, ਮਾਨ ਨਹੀਂ ਰਹਿ ਗਿਆ, ਮੇਰਾ ਤੇ ਬ੍ਰਾਹਮਣ ਪੁਣਾ ਹੀ ਖਤਮ ਹੋ ਗਿਆ। ਮੈਂ ਕਾਹਦਾ ਬ੍ਰਾਹਮਣ ਹੋਇਆ ਜਿਹੜਾ ਦੂਜਿਆਂ ਤੋਂ ਮਗਰੋਂ ਰੋਟੀ ਖਾਵਾਂ। ਮੈਂ ਨਹੀਂ ਇਸ ਹੁਣ ਭੋਜਨ ਛਕਣਾ ਹੈ। ਨਿਜ ਗੁਰ ਢਿੱਗ ਕਹੀਏ ਅਰਦਾਸਾ। ਸਿੱਖ ਨੂੰ ਜਾ ਕੇ, ਸਿੱਖ ਨੂੰ ਕਹਿੰਦਾ ਪਿਆ ਇਹ ਬ੍ਰਾਹਮਣ ਕੇਸੋ ਦਾਸ, ਆਪਣੇ ਗੁਰੂ ਨੂੰ ਜਾ ਕੇ ਇਹ ਗੱਲ ਕਹਿ ਦਿਓ ਮੇਰੇ ਵੱਲੋਂ, ਇਹ ਸੁਨੇਹਾ ਦੇਣ ਲੱਗਾ ਹੈ। ਦੇਜਨ ਹੈ ਆਏ ਤੁਮਾਰੇ ਪਾਸਾ। ਇਹ ਪੰਡਤ ਹੁਣ ਕੇਸੋ ਦਾਸ ਮਹਾਰਾਜ ਤੁਹਾਡੇ ਕੋਲ ਨਹੀਂ ਆਵੇਗਾ। ਮਹਾਰਾਜ ਨੂੰ ਕਹਿ ਦਿਓ ਤੁਸੀਂ ਪਹਿਲੀ ਵਾਰੀ ਬੁਲਾਇਆ ਮੈਂ ਨਹੀਂ ਜਾਣਾ, ਤੁਸੀਂ ਦੂਜੀ ਵਾਰੀ ਬੁਲਾਓਗੇ ਤਾਂ ਵੀ ਮੈਂ ਨਹੀਂ ਆਉਣਾ। ਮੈਂ ਹੁਣ ਤੁਹਾਡੇ ਕੋਲ ਨਾ ਭੋਜਨ ਛਕਣ ਆਵਾਂ, ਨਾ ਮੈਂ ਤੁਹਾਡੇ ਕੋਲੋਂ ਦਸ਼ਨਾ ਲੈਣਾ ਕਰਾਂ। ਸੁਣ ਕੇ ਆਨੰਦ ਚੰਦ ਕਹਿ ਬਾਣੀ। ਉਸ ਵੇਲੇ ਭਾਈ ਆਨੰਦ ਚੰਦ ਨੇ ਸੁਣੇ ਨਾ ਬਚਨ ਤੇ ਵੇਖਿਆ ਵੀ ਬ੍ਰਾਹਮਣ ਤੇ ਗੁੱਸੇ 'ਚ ਆ ਗਿਆ। ਹੁਣ ਬ੍ਰਾਹਮਣ ਜਿਹੜਾ ਹੈ ਉਹ ਰੱਜਿਆ ਵੀ ਮਾੜਾ ਹੈ ਤੇ ਬ੍ਰਾਹਮਣ ਭੁੱਖਾ ਵੀ ਮਾੜਾ। ਭੁੱਖਾ ਬ੍ਰਾਹਮਣ ਹੈ ਸੁਦਾਮਾ, ਭਗਵਾਨ ਕ੍ਰਿਸ਼ਨ ਜੀਆਂ ਦਾ ਮਿੱਤਰ। ਇਹ ਸੁਦਾਮਾ ਵਿਚਾਰਾ ਬੜਾ ਹੀ ਦੁਖੀ ਹੋਇਆ। ਤੇ ਰੱਜਿਆ ਬ੍ਰਾਹਮਣ ਹੈ ਰਾਵਣ, ਉਹ ਵੀ ਬੜਾ ਦੁੱਖ ਦਿੰਦਾ ਪਿਆ। ਬ੍ਰਾਹਮਣ ਰੱਜਿਆ ਵੀ ਮਾੜਾ ਹੈ, ਬ੍ਰਾਹਮਣ ਭੁੱਖਾ ਵੀ ਮਾੜਾ। ਉਹ ਸੁਦਾਮੇ ਦੇ ਰੂਪ ਦੇ ਵਿੱਚ ਵੀ ਤੰਗ ਕਰਦਾ ਪਿਆ ਤੇ ਰਾਵਣ ਦੇ ਰੂਪ ਵਿੱਚ ਵੀ ਤੰਗ ਕਰਦਾ। ਸਿੱਖ ਨੇ ਜਾਣਿਆ ਵੀ ਇਹ ਬ੍ਰਾਹਮਣ ਤੇ ਗੁੱਸੇ ਹੋ ਗਿਆ। ਉਸ ਵੇਲੇ ਇਹ ਆਨੰਦ ਚੰਦ ਸਿੱਖ ਮਹਾਰਾਜ ਦਾ ਫਿਰ ਸਮਝਾਉਣ ਲੱਗਾ ਹੈ। ਧੀਰਜ ਧਰੀਏ ਤੁਮ ਗੁਣ ਖਾਨੀ। ਇਸ ਕਰਕੇ ਪੰਡਤ ਜੀ ਤੁਸੀਂ ਉਹ ਬੜੇ ਗੁਣਾਂ ਦੇ ਧਾਰਨ ਕਰਨ ਵਾਲੇ, ਜਿਵੇਂ ਆਪਾਂ ਕਹਿ ਲਈਏ ਵੀ ਤੂੰ ਬੜਾ ਗੁਣੀ ਬੰਦਾ, ਬੜਾ ਹੀ ਸਿਆਣਾ। ਪੰਡਤ ਜੀ ਤੁਸੀਂ ਬੜੇ ਸਿਆਣੇ ਹੋ, ਵਿਦਵਾਨ ਹੋ, ਤੁਹਾਡੇ ਵਿੱਚ ਬਹੁਤ ਜ਼ਿਆਦਾ ਗੁਣ ਹਨ। ਤਜੋ ਕੋਪ ਤਬ ਰਹੇ ਨਾ ਯਾਦੂ। ਤੇ ਤੁਹਾਡੇ ਵਰਗੇ ਮਹਾਂਪੁਰਖਾਂ ਨੂੰ, ਵਿਦਵਾਨਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ। ਇਹੋ ਜਿਹੀਆਂ ਗੱਲਾਂ ਯਾਦ ਨਹੀਂ ਰੱਖੀਦੀਆਂ ਹੁੰਦੀਆਂ। ਜੇ ਆਪਾਂ ਯਾਦ ਰੱਖੀਏ ਵੀ ਕੱਲ ਕੀ ਹੋਇਆ, ਪਰਸੋਂ ਕੀ ਹੋਇਆ, ਤੇ ਫਿਰ ਤੇ ਜ਼ਿੰਦਗੀ ਦੀ ਕਿਤਾਬ ਭਰ ਜਾਏਗੀ ਨਾ। ਫਿਰ ਤੇ ਸਾਡਾ ਕਿਸੇ ਨਾ ਕਿਸੇ ਨਾਲ ਰੌਲਾ ਪਿਆ ਹੀ ਹੋਇਆ ਤੇ ਅਸੀਂ ਬੋਲਣੋਂ ਬੁਲਾਉਣੋਂ ਚਲੇ ਜਾਵਾਂਗੇ। ਬਹੁਤੀਆਂ ਗੱਲਾਂ ਯਾਦ ਨਹੀਂ ਰੱਖੀਦੀਆਂ। ਦਿਨ ਬੀਤਿਆ, ਗੱਲ ਬਤੀਤ ਹੋ ਗਈ, ਉਹਦੇ ਤੇ ਮਿੱਟੀ ਪਾ ਦਿਓ, ਅੱਗੇ ਨਵੀਂ ਜ਼ਿੰਦਗੀ ਵੇਖ ਕੇ ਚੱਲੋ ਵੀ ਅੱਗੇ ਕੀ ਕਰਨਾ। ਸਿੱਖ ਸਮਝਾਉਂਦਾ ਪਿਆ, ਕਹਿਣ ਲੱਗੇ ਪੰਡਤ ਜੀ ਕੇਸੋ ਦਾਸ ਜੀ ਬਹੁਤੀਆਂ ਗੱਲਾਂ ਯਾਦ ਨਹੀਂ ਰੱਖੀਦੀਆਂ। ਇਹੋ ਜਿਹੀਆਂ ਗੱਲਾਂ ਨਿੱਕੀਆਂ ਮੋਟੀਆਂ ਨੂੰ ਅੱਖੋਂ ਪਰੋਖੇ ਕਰ ਦਈਦਾ, ਪਰੇ ਕਰ ਦਈਦਾ, ਨਹੀਂ ਤਾਂ ਇਹੋ ਜਿਹੀਆਂ ਗੱਲਾਂ ਫਿਰ ਤੰਗ ਕਰਦੀਆਂ ਹਨ। ਅਬ ਤੁਮ ਚੱਲ ਕੇ ਚੋ ਪ੍ਰਸ਼ਾਦੂ। ਤੁਸੀਂ ਮੇਰੀ ਬੇਨਤੀ ਮੰਨੋ ਕਿ ਮਹਾਰਾਜ ਦੇ ਕੋਲ ਚੱਲ ਕੇ ਤੇ ਪ੍ਰਸ਼ਾਦਾ ਛਕਣਾ ਕਰੋ। ਨਰ ਸਮਾਨ ਸਤਿਗੁਰ ਨਾ ਪਛਾਨੋ। ਸਤਿਗੁਰਾਂ ਨੂੰ ਤੂੰ ਇੱਕ ਬੰਦਾ ਨਾ ਸਮਝ। ਇਹ ਭੁਲੇਖਾ ਨਾ ਕਿਤੇ ਖਾ ਲਵੀਂ, ਤੈਨੂੰ ਭੁਲੇਖਾ ਨਾ ਲੱਗ ਜਾਵੇ ਵੀ ਮਹਾਰਾਜ ਕਿਤੇ ਆਮ ਇੱਕ ਬੰਦੇ ਨੇ, ਆਮ ਇਨਸਾਨ ਨੇ। ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੇਖਣ ਨੂੰ ਲੱਗਦਾ ਮਨੁੱਖਾਂ ਵਾਲਾ, ਮਰਦਾਂ ਵਾਲਾ ਸਰੀਰ ਹੈ, ਪਰ ਮਹਾਰਾਜ ਕੋਈ ਆਮ ਵਿਅਕਤੀ ਨਹੀਂ ਹਨ। ਜਗਤ ਈਸ਼ ਅਵਤਾਰ ਪਰਵਾਨੋ। ਉਹ ਜਗਤ ਦੇ ਈਸ਼ਵਰ ਨੇ, ਜਗਤ ਦੇ ਮਾਲਕ ਨੇ, ਤੇ ਉਹ ਇਸ ਵੇਲੇ ਦੇ ਸਮੇਂ ਦੇ ਅਵਤਾਰ ਨੇ। ਜੋ ਚਾਹੁਣ ਉਹ ਕਰ ਸਕਦੇ ਨੇ। ਤੇਰੇ ਮਨ ਵਿੱਚ ਗੁੱਸਾ ਇਹ ਹੈ ਵੀ ਮੈਨੂੰ ਪਹਿਲਾਂ ਦਸ਼ਨਾ ਨਹੀਂ ਮਿਲੀ ਤੇ ਮੈਂ ਰੋਟੀ ਨਹੀਂ ਖਾਣੀ। ਇਹ ਨਾਰਾਜ਼ਗੀ ਪਰਿਵਾਰ ਦੇ ਮੈਂਬਰਾਂ ਨਾਲ ਹੁੰਦੀ ਹੈ ਕਿ ਫਲਾਣੇ ਨੇ ਮੈਨੂੰ ਸੱਦਿਆ ਨਹੀਂ, ਮੈਂ ਨਹੀਂ ਬੋਲਣਾ ਉਹਦੇ ਨਾਲ। ਪਰ ਪਰਮੇਸ਼ਰ ਦੇ ਨਾਲ, ਗੁਰੂ ਦੇ ਨਾਲ ਇਹ ਨਾਰਾਜ਼ਗੀ ਨਹੀਂ ਹੁੰਦੀ ਹੈ, ਤੇ ਨਾ ਤੂੰ ਇਹ ਨਾਰਾਜ਼ਗੀ ਕਰਨਾ ਕਰ। ਤਿੰਨ ਸੰਗ ਰੂਸਨ ਕਿਮ ਬਣਿਆ ਵੈ। ਸਤਿਗੁਰਾਂ ਦੇ ਨਾਲ ਰੁੱਸੀ ਦਾ ਨਹੀਂ ਹੁੰਦਾ। ਤੂੰ ਤੇ ਰੁੱਸ ਜਾਣਾ, ਮਹਾਰਾਜ ਦਾ ਜਾਣਾ ਕੁਝ ਨਹੀਂ। ਜੇ ਮਹਾਰਾਜ ਕਿਤੇ ਰੁੱਸ ਗਏ ਤੇ ਤੇਰਾ ਰਹਿਣਾ ਕੁਝ ਨਹੀਂ।
ਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਰੁੱਸੀ ਦਾ ਨਹੀਂ, ਝਗੜਾ ਨਹੀਂ ਕਰੀਦਾ ਹੈ। ਤਸ ਕਰੀਐ ਜਸ ਉਨ ਮਨ ਭਾਵੈ। ਕੰਮ ਉਹ ਕਰੀਦੇ ਨੇ ਜਿਹੜੇ ਕੰਮ ਗੁਰੂ ਨੂੰ ਚੰਗੇ ਲੱਗਣ, ਜਿਹਦੇ ਕਰਕੇ ਗੁਰੂ ਖੁਸ਼ ਹੋ ਜਾਵੇ। ਗੁਰੂ ਦੇ ਨਾਲ ਬਰਾਬਰਤਾ ਨਹੀਂ ਕਰੀਦੀ। ਆਪਾਂ ਬਰਾਬਰਤਾ ਕਈ ਵਾਰੀ ਕਰਦੇ ਹਾਂ, ਮਹਾਰਾਜ ਨੇ ਮੇਰਾ ਆਹ ਕੰਮ ਨਹੀਂ ਕੀਤਾ, ਹੁਣ ਮੈਂ ਗੁਰਦੁਆਰੇ ਨਹੀਂ ਜਾਵਾਂਗਾ। ਆਹ ਕੰਮ ਨਹੀਂ ਕੀਤਾ, ਹੁਣ ਮੈਂ ਪਾਠ ਕਰਨਾ ਛੱਡ ਹੀ ਦੇਣਾ। ਅਸੀਂ ਬਰਾਬਰਤਾ ਕਰਦੇ ਹਾਂ ਵੀ ਜੇ ਮਹਾਰਾਜ ਨੇ ਨਹੀਂ ਕੀਤਾ ਤੇ ਮੈਂ ਉਹਨੂੰ ਮੰਨਣੋਂ ਛੱਡ ਦਿਆਂਗਾ। ਮੰਨਣੋਂ ਛੱਡ ਵੀ ਦੇਵੇਂਗਾ, ਗੁਰੂ ਨੂੰ ਕੋਈ ਘਾਟਾ ਨਹੀਂ ਹੈ, ਘਾਟਾ ਤੈਨੂੰ ਪੈ ਜਾਣਾ। ਕੰਮ ਨਹੀਂ ਬਣਿਆ ਉਹ ਤੇਰੇ ਕਰਮਾਂ ਦੀ ਨਿਸ਼ਾਨੀ ਹੈ, ਬਣ ਗਿਆ ਤੇ ਉਹ ਗੁਰੂ ਦੀ ਬਖਸ਼ਿਸ਼ ਤੇਰੇ ਤੇ ਹੋਈ ਹੈ। ਗੁਰੂ ਦੇ ਨਾਲ ਕਦੇ ਬਰਾਬਰੀ ਨਹੀਂ ਕਰੀਦੀ। ਇਹ ਸਿੱਖ ਵੀ ਦੱਸਦਾ ਪਿਆ, ਕਹਿਣ ਲੱਗੇ ਪੰਡਤ ਜੀ, ਬ੍ਰਾਹਮਣ ਜੀ, ਕੰਮ ਉਹ ਕਰੀਦੇ ਨੇ ਜਿਨ੍ਹਾਂ ਕੰਮਾਂ ਨੂੰ ਵੇਖ ਕੇ ਗੁਰੂ ਖੁਸ਼ ਹੋਵੇ, ਨਾ ਕਿ ਉਹ ਕੰਮ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਨੂੰ ਵੇਖ ਕੇ ਗੁਰੂ ਨਾਰਾਜ਼ ਹੋ ਜਾਵੇ। ਇਸ ਗੱਲ ਨੂੰ ਵਿਚਾਰਨਾ ਕਰੋ। ਜਾਤ ਹੰਕਾਰ ਕਰੋ ਸਭਨਾ ਇਹ ਛੀ। ਜਿਹੜਾ ਤੇਰੇ ਮਨ ਵਿੱਚ ਜਾਤ ਦਾ ਹੰਕਾਰ ਹੈ ਨਾ ਵੀ ਮੈਂ ਬ੍ਰਾਹਮਣ ਆ, ਉੱਚੀ ਕੁੱਲ ਵਾਲਾ, ਇਹ ਤੇ ਹੰਕਾਰ ਪਰੇ ਕੱਢਦੇ। ਇਸ ਗੱਲ ਨੂੰ ਅਸੀਂ ਮੰਨਦੇ ਨਹੀਂ ਹਾਂ। ਉੱਠ ਕਰ ਗਮਨੋ ਹਰਖਤ ਪਾਸੀ। ਤੇ ਮੇਰੀ ਸਲਾਹ ਇਹ ਹੈ ਵੀ ਮੇਰੇ ਅੱਗੇ ਲਾ ਕੇ ਚੱਲ ਪਾਓ। ਸਿੱਖ ਨੇ ਥੋੜਾ ਜਿਹਾ ਉਸ ਨੂੰ ਡਰਾਵਾ ਵੀ ਦਿੱਤਾ। ਚੰਗੀ ਗੱਲ ਹੈ ਵੀ ਆਪ ਹੀ ਅੱਗੇ ਲਾ ਕੇ ਤੁਰ ਪਵੇਂ, ਭਾਵੇਂ ਤੂੰ ਰੋਟੀ ਨਹੀਂ ਖਾਵੇਂ, ਅਸੀਂ ਤੈਨੂੰ ਖਵਾ ਕੇ ਹੀ ਛੱਡਾਂਗੇ। ਤੂੰ ਧਨ ਜੇ ਨਹੀਂ ਲੈਣਾ ਚਾਹੁੰਦਾ ਤਾਂ ਵੀ ਅਸੀਂ ਤੇਰੀ ਜੇਬ ਵਿੱਚ ਪਾ ਹੀ ਦੇਣਾ, ਤੇਰਾ ਇਹਦੇ ਵਿੱਚ ਭਲਾ ਹੈ। ਨਹੀਂ ਵੀ ਜਾਣਾ ਚਾਹੁੰਦਾ ਤੇ ਤਾਂ ਵੀ ਚੱਲ ਪਓ, ਇਹਦੇ ਵਿੱਚ ਤੇਰਾ ਭਲਾ ਹੈ। ਸੁਣ ਬੋਲਿਓ ਦਿਜ ਇਮ ਨਾ ਉਚਰੀਏ। ਉਸ ਵੇਲੇ ਇਹ ਜਿਹੜਾ ਪੰਡਤ ਸੀ ਨਾ, ਸਿੱਖ ਨੂੰ ਕਹਿਣ ਲੱਗਾ ਇਸ ਤਰ੍ਹਾਂ ਨਾ ਕਹਿ, ਜਿਹੜੀਆਂ ਗੱਲਾਂ ਤੂੰ ਕਰਦਾ ਮੇਰੇ ਨਾਲ ਨਾ ਕਹਿਣਾ ਕਰ। ਨਿਜ ਗੁਰਬਾਕ ਵਿਚਾਰਨ ਕਰੀ। ਆਪਣੇ ਗੁਰੂ ਦੀਆਂ ਗੱਲਾਂ ਨੂੰ ਪਹਿਲਾਂ ਵਿਚਾਰਨਾ ਕਰ। ਦੋਸ਼ ਲਗੇ ਬੋਲਤ ਹੋਂ ਜੈਸੇ। ਸੋ ਦੋਸ਼ ਲੱਗੇ, ਮੈਨੂੰ ਪਾਪ ਲੱਗੇ ਜਾਂ ਲੱਗੇਗਾ ਜਿਸ ਤਰ੍ਹਾਂ ਦੇ ਬਚਨ ਕੀਤੇ ਹਨ। ਕਲਗੀ ਧਰ ਬਰਨਿਓ ਨਿਜ ਐਸੇ। ਕਲਗੀਧਰ ਪਾਤਸ਼ਾਹ ਨੇ ਐਸੇ ਬਚਨ ਜਿਹੜੇ ਨੇ ਆਪਣੇ ਮੁਖ ਤੋਂ ਆਖੇ ਹਨ। ਜੋ ਹਮ ਕੋ ਪਰਮੇਸ਼ਰ ਉਚਰ ਹੈ। ਗੁਰਮੁਖੋ ਇਹ ਬਚਨ ਦਸਮ ਗ੍ਰੰਥ ਵਿੱਚ ਲਿਖੇ ਨੇ, ਦਸਵੇਂ ਪਾਤਸ਼ਾਹ ਨੇ। ਸਤਿਗੁਰਾਂ ਨੇ ਕੀ ਲਿਖਿਆ? ਜੋ ਹਮ ਕੋ ਪਰਮੇਸ਼ਰ ਉਚਰ ਹੈ। ਦੁਨੀਆ ਦੇ ਬਹੁਤ ਲੋਕ ਅਰਥ ਇਹ ਕਰ ਜਾਂਦੇ ਨੇ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਰਮੇਸ਼ਰ ਕਹਿਣਗੇ ਤੇ ਅੱਗੇ ਬਚਨ ਕਰਦੇ ਹਨ ਤੇ ਸਭ ਨਰਕ ਕੁੰਡ ਮੈਂ ਪਰ ਹੈ। ਤੇ ਉਹ ਨਰਕਾਂ ਦੇ ਖੂਹ ਦੇ ਵਿੱਚ ਡਿੱਗਣਗੇ, ਨਰਕਾਂ ਦੀ ਅਗਨੀ ਵਿੱਚ ਪੈਣਗੇ। ਕੌਣ ਪੈਣਗੇ? ਜਿਹੜੇ ਕਹਿਣਗੇ ਗੁਰੂ ਗੋਬਿੰਦ ਸਿੰਘ ਨੂੰ ਵੀ ਪਰਮੇਸ਼ਰ ਹੈ। ਅੱਗੇ ਬਖਸ਼ਿਸ਼ ਕਰਦੇ ਹਨ। ਮੋਹ ਕੋ ਦਸ ਤਵਨ ਕਾ ਜਾਨੋ। ਮੈਨੂੰ ਉਸ ਦਾ ਦਾਸ ਜਾਣਨਾ ਕਰੋ। ਜਾਂ ਮੈਂ ਭੇਦ ਨ ਰੰਚ ਪਛਾਨੋ। ਇਸ ਕਰਕੇ ਕੋਈ ਭੇਦ ਨਹੀਂ ਹੈ ਇਹਦੇ ਵਿੱਚ, ਗੁਰੂ ਦੇ ਵਿੱਚ। ਇਹ ਦੁਨੀਆ ਦੇ ਲੋਕ ਐਸੀ ਗੱਲ ਕਹਿੰਦੇ ਨੇ, ਪਰ ਇਹਦੇ ਅਰਥ ਇਸ ਤਰ੍ਹਾਂ ਨਹੀਂ ਗੇ। ਇਹ ਤੇ ਕੇਵਲ ਆਪਾਂ ਦੁਨਿਆਵੀ ਗੱਲ ਕੀਤੀ ਹੈ ਵੀ ਦੁਨੀਆ ਦੇ ਲੋਕ ਇਹ ਗੱਲ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਨੇ ਆਖਿਆ ਜੋ ਹਮ ਕੋ ਪਰਮੇਸ਼ਰ ਉਚਰ ਹੈ। ਜਿਹੜੇ ਗੁਰੂ ਗੋਬਿੰਦ ਸਿੰਘ ਨੂੰ ਕਹਿਣਗੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮੇਸ਼ਰ ਨੇ ਤੇ ਸਭ ਨਰਕ ਕੁੰਟ ਮੈਂ ਪਰ ਹੈ, ਉਹ ਨਰਕਾਂ ਵਿੱਚ ਪੈਣਗੇ। ਨਹੀਂ, ਇਹਦਾ ਭਾਵ ਇਹ ਨਹੀਂ ਹੈ। ਇਹਦਾ ਭਾਵ ਇਹ ਹੈ ਜੋ ਹਮ ਕੋ ਪਰਮੇਸ਼ਰ ਉਚਰ ਹੈ। ਹਮ ਕੋ ਤੋਂ ਭਾਵ ਹੈ ਆਪਣੇ ਆਪ ਨੂੰ। ਜਿਹੜੇ ਆਪਣੇ ਆਪ ਨੂੰ ਕਹਿਣਗੇ ਵੀ ਮੈਂ ਰੱਬ ਹਾਂ। ਦੁਨੀਆ ਦੇ ਲੋਕ ਆਖਦੇ ਨਾ ਵੀ ਮੈਂ ਤੇ ਰੱਬ ਦਾ ਰੂਪ ਹੀ ਹਾਂ, ਮੇਰੇ ਵਿੱਚ ਤੇ ਰੱਬ ਵਿੱਚ ਫਰਕ ਹੀ ਕੋਈ ਨਹੀਂ ਹੈ, ਮੈਂ ਤੇ ਬੜੀ ਬੰਦਗੀ ਵਾਲਾ, ਮੈਂ ਬੜੇ ਭਜਨ ਵਾਲਾ, ਮੈਂ ਪਰਮੇਸ਼ਰ ਹਾਂ। ਦੁਨੀਆ ਦਾ ਕੋਈ ਵੀ ਬੰਦਾ ਜਿਹੜਾ ਆਪਣੇ ਆਪ ਨੂੰ ਪਰਮੇਸ਼ਰ ਕਹਾਏਗਾ ਵੀ ਮੈਂ ਪਰਮੇਸ਼ਰ ਹਾਂ, ਮੈਂ ਖੁਦਾ ਹਾਂ, ਮੈਂ ਰੱਬ ਹਾਂ, ਮੈਂ ਗੁਰੂ ਹਾਂ, ਜਾਂ ਮੈਂ ਬ੍ਰਹਮ ਗਿਆਨੀ ਹਾਂ, ਜਾਂ ਮੈਂ ਰੱਬ ਦਾ ਹੀ ਰੂਪ ਹਾਂ, ਜਿਹੜੇ ਬੰਦੇ ਆਪਣੇ ਆਪ ਨੂੰ ਇਸ ਲਫ਼ਜ਼ ਦੇ ਨਾਲ ਤੁਲਨਾ ਦੇਣਗੇ ਕਿ ਮੇਰੇ ਨਾਂ ਦੇ ਨਾਲ ਗੁਰੂ ਲਾ ਦਿਓ, ਮੇਰੇ ਨਾਮ ਦੇ ਨਾਲ ਪਰਮੇਸ਼ਰ ਲਾ ਦਿਓ, ਮੈਂ ਤੇ ਉਹਦਾ ਰੂਪ ਹੀ ਹਾਂ, ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਗੇ ਦੁਨੀਆ ਦੇ ਵਿੱਚ, ਇਹ ਬਚਨ ਆਖਿਆ ਮਹਾਰਾਜ ਨੇ। ਹਮ ਕੋ ਤੋਂ ਭਾਵ ਹੁੰਦਾ ਆਪਣੇ ਆਪ ਨੂੰ। ਹਿੰਦੀ ਦਾ ਸ਼ਬਦ ਹੈ ਨਾ, ਹਿੰਦੀ ਵਿੱਚ ਹਮ ਆਪਣੇ ਆਪ ਨੂੰ ਆਖਿਆ ਜਾਂਦਾ, ਤੁਮ ਦੂਜੇ ਨੂੰ ਆਖਿਆ ਜਾਂਦਾ। ਇੱਥੇ ਮਹਾਰਾਜ ਨੇ ਹਮ ਸ਼ਬਦ ਵਰਤ ਰਿਹਾ। ਜੋ ਹਮ ਕੋ, ਜਿਹੜਾ ਹਮ ਕਹੀਏ ਆਪਣੇ ਆਪ ਨੂੰ ਕਹੇਗਾ ਕਿ ਮੈਂ ਪਰਮੇਸ਼ਰ ਹਾਂ ਤੇ ਸਭ ਨਰਕ ਕੁੰਟ ਮੈਂ ਪਰ ਹੈ, ਉਹ ਲੋਕ ਨਰਕਾਂ ਦੇ ਟੋਏ ਵਿੱਚ ਡਿੱਗਣਗੇ, ਭਾਵ ਕਿ ਨਰਕਾਂ ਵਿੱਚ ਜਾਣਗੇ ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਕਹਿਣਗੇ। ਪਰ ਇਹਦਾ ਮਤਲਬ ਇਹ ਨਹੀਂ ਸਮਝ ਲੈਣਾ ਵੀ ਇੱਥੇ ਗੁਰੂ ਗੋਬਿੰਦ ਸਿੰਘ ਦੇ ਨਾਲ ਇਹ ਪੰਕਤੀ ਜੋੜ ਦਈਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ
ਉਹ ਨਰਕਾਂ ਵਿੱਚ ਜਾਵੇਗਾ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹੈ ਹੀ ਪਰਮੇਸ਼ਰ ਦਾ ਰੂਪ। ਉਹਨਾਂ ਵਿੱਚ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਹੈ। ਉਹਨਾਂ ਨੇ ਆਪ ਬਚਨ ਲਿਖਿਆ, ਦੇਖਣੇ ਆਇਓ ਜਗਤ ਤਮਾਸ਼ਾ। ਮੈਂ ਦੁਨੀਆ ਵਿੱਚ ਜਨਮ ਲੈ ਕੇ ਨਹੀਂ ਆਇਆ ਜਾਂ ਜਨਮ ਭੋਗਣ ਵਾਸਤੇ ਨਹੀਂ ਆਇਆ, ਮੈਂ ਤੇ ਜਗਤ ਦਾ ਇੱਕ ਤਮਾਸ਼ਾ ਵੇਖਣ ਵਾਸਤੇ ਆਇਆ। ਇਹ ਬਿਦ ਕਰਤ ਤਪੱਸਿਆ ਭਇਓ, ਦੁਆਇ ਤੇ ਏਕ ਰੂਪ ਹੋਏ ਗਇਓ। ਇਹ ਬਚਨ ਲਿਖੇ ਨੇ 10ਵੇਂ ਪਾਤਸ਼ਾਹ ਨੇ ਵੀ ਤਪੱਸਿਆ ਕਰਦਿਆਂ ਕਰਦਿਆਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ, ਮੈਂ ਤੇ ਪਰਮੇਸ਼ਰ ਇੱਕ ਰੂਪ ਹੀ ਹੋ ਗਿਆ, ਫਰਕ ਰਹਿ ਕੋਈ ਨਹੀਂ ਗਿਆ। ਤੇ ਜਦੋਂ ਇੱਕ ਰੂਪ ਹੀ ਹੋ ਗਏ ਫਿਰ ਗੁਰੂ ਗੋਬਿੰਦ ਸਿੰਘ ਨੂੰ ਪਰਮੇਸ਼ਰ ਕਵਾਂਗੇ ਤੇ ਨਰਕ ਵਿੱਚ ਥੋੜੀ ਜਾਵਾਂਗੇ, ਫਿਰ ਤੇ ਸੱਚਖੰਡ ਵਿੱਚ ਹੀ ਜਾਵਾਂਗੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਹੀ ਪਰਮੇਸ਼ਰ। ਇੱਥੇ ਮਹਾਰਾਜ ਨੇ ਬਚਨੇ ਲਿਖਿਆ, ਜਿਹੜਾ ਆਪਣੇ ਆਪ ਨੂੰ ਬੰਦਾ ਕਵੇਗਾ, ਜਿਵੇਂ ਕਿਹਾ ਜਾਂਦਾ ਨਾ ਮੇਰੇ ਵਿੱਚ ਫਲਾਣੇ ਦੀ ਜੋਤ ਆਉਂਦੀ ਹੈ, ਮੇਰੇ ਵਿੱਚ ਫਲਾਣੇ ਦੀ ਪੌਣ ਆਉਂਦੀ ਹੈ। ਕੋਈ ਸ਼ਹੀਦਾਂ ਦਾ ਨਾਮ ਲੈਂਦਾ, ਕੋਈ ਦੇਵਤਿਆਂ ਦਾ ਨਾਮ ਲੈਂਦਾ, ਕੋਈ ਦੇਵੀਆਂ ਦਾ ਨਾਮ ਲੈਂਦਾ ਵੀ ਫਲਾਣੇ ਦੀ ਜੋਤ ਮੇਰੇ ਵਿੱਚ ਆਉਂਦੀ ਹੈ, ਮੈਂ ਤੇ ਉਹਦਾ ਰੂਪ ਹੀ ਹਾਂ। ਜਿਹੜੇ ਕਲਯੁਗ ਦੇ ਵਿੱਚ ਲੋਕ ਐਸੀਆਂ ਗੱਲਾਂ ਕਰਨਗੇ ਤੇ ਸਭ ਨਰਕ ਕੁੰਡ ਮੈਂ ਪਰ ਹੈ, ਉਹ ਲੋਕ ਨਰਕਾਂ ਵਿੱਚ ਜਾਣਗੇ। ਇਹ ਬਚਨ ਹੈ ਮਹਾਰਾਜ ਸਾਹਿਬ ਜੀਆਂ ਦਾ। ਉਹ ਕੋ ਦਾਸ ਤਵਨ ਕਾ ਜਾਨੋ। ਸਤਿਗੁਰੂ ਕਹਿਣ ਲੱਗੇ ਮੈਂ ਤੇ ਭਾਈ ਪਰਮੇਸ਼ਰ ਦਾ ਦਾਸ ਹਾਂ। ਇਹ ਨਿਮਰਤਾ ਹੈ ਮਹਾਰਾਜ ਜੀਆਂ ਦੀ। ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ, ਸੰਤਨ ਕੀ ਧੂਰੇ। ਮਹਾਰਾਜ ਦੇ ਜਿਹੜੇ ਬਚਨ ਨੇ ਨਿਮਰਤਾ ਦੇ ਭਰੇ ਹੋਏ। ਮੈਂ ਤੇ ਸਾਧੂਆਂ ਦੇ ਚਰਨਾਂ ਦੀ ਧੂੜੀ ਹਾਂ। ਪਲ ਕੇ ਗੁਰਮੁਖੋ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਦੀ ਧੂੜੀ ਤੇ ਵੱਡੇ ਵੱਡੇ ਸਾਧੂਆਂ ਨੂੰ ਬਣਾਉਣ ਵਾਲੀ ਹੈ। ਸਾਧੂ ਪੈਦਾ ਹੁੰਦੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸ਼ਬਦ ਨੂੰ ਪੜ੍ਹ ਕੇ, ਪਰ ਇਹ ਨਿਮਰਤਾ ਮਹਾਰਾਜ ਦੀ ਵੀ ਅਸੀਂ ਸਾਧੂਆਂ ਦੇ ਚਰਨਾਂ ਦੀ ਧੂੜੀ ਹਾਂ। ਸਤਿਗੁਰੂ ਇੱਥੇ ਨਿਮਰਤਾ ਦਾ ਬਚਨ ਕਹਿ ਰਹੇ ਨੇ, ਮੋਕੋ ਦਾਸ ਤਵਨ ਕਾ ਜਾਨੋ। ਮੈਂ ਰੱਬ ਦੀ ਬਰਾਬਰੀ ਨਹੀਂ ਕਰਦਾ, ਮੈਂ ਰੱਬ ਨਹੀਂ ਹਾਂ, ਮੈਂ ਤੇ ਉਹਦਾ ਇੱਕ ਸੇਵਕ ਹਾਂ। ਜਾਂ ਮੈਂ ਭੇਦ ਨਰੰਚ ਪਛਾਣ। ਪਰ ਇੱਕ ਗੱਲ ਜ਼ਰੂਰ ਹੈ, ਮੇਰੇ ਵਿੱਚ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ ਜੇਗਾ। ਮੈਂ ਦਾਸ ਜ਼ਰੂਰ ਹਾਂ, ਪਰ ਦਾਸ ਆਪਣੇ ਮਾਲਕ ਵਰਗਾ ਹੀ ਹਾਂ। ਇਸ ਕਰਕੇ ਮੇਰੇ ਵਿੱਚ ਤੇ ਉਸ ਅਕਾਲ ਪੁਰਖ ਦੇ ਵਿੱਚ ਕੋਈ ਫਰਕ ਨਹੀਂ ਹੈ। ਇੱਕ ਤਉ ਤਿੰਨ ਮੁਖ ਕੋ ਪਰਮਾਨਾ। ਇਹ ਪੰਡਤ ਨੇ ਗੁਰਮੁਖੋ ਅਰਥ ਉਲਟਾ ਕੀਤਾ। ਜਿਹੜਾ ਆਪਾਂ ਅਰਥ ਪਹਿਲਾਂ ਸਮਝਿਆ ਸੀ ਨਾ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਨਰਕਾਂ ਵਿੱਚ ਪਏਗਾ, ਪੰਡਤ ਨੇ ਵੀ ਇਹੋ ਹੀ ਅਰਥ ਕੀਤਾ। ਕਹਿਣ ਲੱਗੇ ਤੁਸੀਂ ਮੈਨੂੰ ਆਖਦੇ ਹੋ ਵੀ ਗੁਰੂ ਸਮਰੱਥ ਹੈ, ਪਰ ਤੁਹਾਡਾ ਗੁਰੂ ਤੇ ਇਹ ਗੱਲ ਕਹਿੰਦਾ ਵੀ ਮੈਂ ਪਰਮੇਸ਼ਰ ਨਹੀਂ। ਜਿਹੜਾ ਪਰਮੇਸ਼ਰ ਕਹੇਗਾ ਉਹ ਨਰਕ ਵਿੱਚ ਜਾਂਦਾ ਹੈ। ਦੂਜੇ ਔਰ ਸੁਣਾਉਂਦੇ ਕੰਨ। ਤੇ ਪਰ ਦੂਜਾ ਬਚਨ ਇਹ ਹੈ ਵੀ ਮੈਂ ਤੁਹਾਨੂੰ ਦੱਸਦਾ ਹਾਂ। ਇਹ ਪੰਡਤ ਭੁਲੇਖਾ ਖਾ ਗਿਆ ਤੇ ਭੁਲੇਖੇ ਨਾਲ ਐਸੇ ਬਚਨ ਕਰਦਾ ਹੈ। ਜਾਂ ਤੇ ਮੋਇ ਪ੍ਰਤੀਤ ਨਾ ਆਵੇ। ਮੈਨੂੰ ਕੋਈ ਪ੍ਰਤੀਤ ਭਰੋਸਾ ਨਹੀਂ ਹੈ। ਤੂੰ ਸਭ ਜਾਣੇ ਬਿਨਾ ਅਲਾਵੇ। ਤੈਨੂੰ ਨਹੀਂ ਪਤਾ। ਇਹ ਪੰਡਤ ਜਿਹੜਾ ਕੇਸੋ ਦਾਸ ਹੈ ਨਾ, ਇਹ ਮਹਾਰਾਜ ਦੇ ਸਿੱਖ ਨੂੰ ਕਹਿ ਰਿਹਾ ਆਨੰਦ ਚੰਦ ਨੂੰ, ਆਨੰਦ ਚੰਦ ਤੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਇੱਕ ਤੇ ਤੁਹਾਡਾ ਗੁਰੂ ਆਪ ਇਹ ਗੱਲ ਕਹਿ ਰਿਹਾ ਮੈਨੂੰ ਪਰਮੇਸ਼ਰ ਨਾ ਕਹੋ, ਤੇ ਦੂਜੀ ਗੱਲ ਇਹ ਆ ਵੀ ਮੈਨੂੰ ਤੇਰੀਆਂ ਗੱਲਾਂ ਤੇ ਭਰੋਸਾ ਨਹੀਂ ਹੈ। ਆਨੰਦ ਚੰਦ ਤਵ ਵਾਕ ਬਖਾਨਾ। ਉਸ ਵੇਲੇ ਭਾਈ ਆਨੰਦ ਚੰਦ ਨੇ ਸੁਣੇ ਨਾ ਬਚਨ ਇਸ ਬ੍ਰਾਹਮਣ ਦੇ ਕੇਸੋ ਦਾਸ ਤੇ ਫਿਰ ਕਹਿਣ ਲੱਗੇ ਹਨ, ਸੁਨੋ ਬਿਪਰ ਤੁਮ ਭੇਵ ਨਾ ਜਾਣਾ। ਕਹਿਣ ਲੱਗੇ ਪੰਡਤ ਜੀ ਤੁਸੀਂ ਭੇਦ ਜਾਣਿਆ ਨਹੀਂ। ਤੁਹਾਨੂੰ ਅਸਲ ਵਿੱਚ ਇਸ ਪੰਕਤੀ ਦੇ ਅਰਥ ਬਾਰੇ ਪਤਾ ਹੀ ਨਹੀਂ ਲੱਗਾ। ਤੁਸੀਂ ਪੰਕਤੀ ਦਾ ਅਰਥ ਉਲਟਾ ਕਰ ਲਿਆ। ਜੋ ਹਮ ਕੋ ਪਰਮੇਸ਼ਰ ਉਚਰੈ, ਤੁਸੀਂ ਅਰਥ ਕਰ ਦਿੱਤੇ ਨੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜਿਹੜਾ ਮੈਨੂੰ ਪਰਮੇਸ਼ਰ ਕਵੇਗਾ ਉਹ ਨਰਕਾਂ ਵਿੱਚ ਜਾਏਗਾ। ਤੁਸੀਂ ਇਹਦਾ ਅਰਥ ਉਲਟਾ ਕਰ ਲਿਆ। ਇਹਦਾ ਭਾਵ ਇਹ ਹੈ, ਹਮ ਤੋਂ ਭਾਵ ਹੈ ਜਿਹੜਾ ਮੈਨੂੰ, ਜਿਹੜਾ ਆਪਣੇ ਆਪ ਨੂੰ ਬੰਦਾ ਕਹਾਵੇਗਾ ਕਿ ਮੈਂ ਪਰਮੇਸ਼ਰ ਹਾਂ, ਅਸਲ ਵਿੱਚ ਉਹਦੇ ਨਰਕਾਂ ਵਿੱਚ ਜਾਣ ਦੀ ਗੱਲ ਕੀਤੀ ਹੈ। ਪਰ ਪੰਡਤ ਜੀ ਤੁਸੀਂ ਇਹਦੇ ਅਰਥ ਗਲਤ ਸਮਝੇ ਹਨ। ਤਿਸ ਹੀ ਤੇ ਸੰਸਾਰ ਤੋਰੇ। ਤਾਂ ਤੇਰੇ ਮਨ ਵਿੱਚ ਸੰਸਾ ਪੈਦਾ ਹੋਇਆ ਹੈ। ਨਿਰਣੈ ਕਰ ਗੁਨੀਆ ਬਚ ਮੋਰੇ। ਇਸ ਕਰਕੇ ਮੇਰੇ ਚੰਗੀ ਤਰ੍ਹਾਂ ਬਚਨ ਸੁਣ ਕੇ ਤੇ ਨਿਰਣਾ ਕਰ, ਮੈਂ ਤੇਰੇ ਨਾਲ ਬਚਨ ਕਰਦਾ ਹਾਂ। ਗੁਰੂ ਭਗਤ ਬਪ ਭੇ ਅਵਤਾਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਭਗਤੀ ਦਾ ਅਵਤਾਰ ਨੇ। ਇਹ ਸਿੱਖ ਕਹਿ ਰਿਹਾ ਆਨੰਦ ਚੰਦ ਵੀ ਮਹਾਰਾਜ ਤੇ ਭਗਤੀ ਦਾ ਅਵਤਾਰ ਹਨ। ਪੂਰਬ ਰੂਪ ਨਾ ਕਰਹਿ ਉਚਾਰਾ। ਤੇ ਸਤਿਗੁਰੂ ਪਾਤਸ਼ਾਹ ਜੀ ਆਪਣੇ ਰੂਪ ਦਾ ਵਰਣਨ ਨਹੀਂ ਕਰਦੇ, ਆਪਣੀਆਂ ਗੱਲਾਂ ਆਪਣੇ ਮੂੰਹੋਂ ਨਹੀਂ ਕਹਿੰਦੇ। ਅਸੀਂ ਦੁਨਿਆਵੀ ਲੋਕ ਹਾਂ, ਅਸੀਂ ਕਰ ਲੈਂਦੇ ਹਾਂ। ਮੈਂ ਪਿਛਲੇ ਸਾਲ ਇਹ ਕਰਦਾ ਸੀ, 5 ਸਾਲ ਇਹ ਪਹਿਲਾਂ ਕੀਤਾ, 15 ਸਾਲ ਪਹਿਲਾਂ ਇਹ ਮੈਂ ਕਰਦਾ ਸੀ, ਜਾਂ ਮੈਂ ਅੱਗੇ ਇਹ ਕਰਾਂਗਾ। ਅਸੀਂ ਇਹ ਗੱਲਾਂ ਬਾਤਾਂ ਕਰਦੇ ਹਾਂ, ਦੁਨਿਆਵੀ ਲੋਕ ਹਾਂ।
ਪਰ ਜਿਹੜਾ ਅਵਤਾਰ ਹੁੰਦਾ ਨਾ, ਉਹ ਕਦੇ ਇਹ ਗੱਲ ਨਹੀਂ ਕਰਦਾ ਵੀ ਮੈਂ ਪਿੱਛੇ ਕੀ ਹਾਂ ਤੇ ਪਹਿਲਾਂ ਕੀ ਕੀਤਾ, ਹੁਣ ਕੀ ਕੀਤਾ, ਮੈਂ ਅੱਗੇ ਕੀ ਕਰਨਾ। ਜਿਹੜੇ ਰੱਬ ਦਾ ਰੂਪ ਹੁੰਦੇ, ਅਵਤਾਰ ਹੁੰਦੇ ਨੇ, ਉਹ ਕਦੇ ਆਪਣੇ ਐਸੇ ਬਚਨਾਂ ਦੇ ਨਾਲ ਆਪਣੀ ਗੱਲ ਆਪ ਨਹੀਂ ਕਰਦੇ। ਇਹ ਦੁਨਿਆਵੀ ਲੋਕਾਂ ਦੀ ਆਦਤ ਹੁੰਦੀ ਹੈ ਆਪਣੀ ਵਡਿਆਈ ਆਪ ਕਰਨੀ, ਪਰ ਗੁਰੂ ਪਰਮੇਸ਼ਰ ਐਸਾ ਬਚਨ ਨਹੀਂ ਕਰਦਾ ਹੈ। ਇਹ ਸਿੱਖ ਦੱਸਦਾ ਪਿਆ ਕਿ ਮਹਾਰਾਜ ਹੈਨ ਪਰਮੇਸ਼ਰ ਦਾ ਹੀ ਰੂਪ, ਪਰ ਕਦੇ ਆਪਣੇ ਆਪ ਨੂੰ ਬਚਨਾਂ ਦੇ ਨਾਲ ਜਨਾਉਂਦੇ ਨਹੀਂ ਹਨ। ਜਿਉ ਸਵਾਂਗੀ ਜਗ ਸਵਾਂਗ ਬਣਾਵੇ। ਗੁਰਮੁਖੋ, ਜਿਵੇਂ ਸਵਾਂਗੀ ਇੱਕ ਨਾਟਕ ਕਰਨ ਵਾਲਾ ਬੰਦਾ ਨਾਟਕ ਕਰਦਾ ਤੇ ਆਪਣਾ ਨਵਾਂ ਕੋਈ ਲਿਬਾਸ ਬਣਾ ਲੈਂਦਾ ਹੈ, ਤਸ ਕਿਰਿਆ ਕਰ ਤਥਾ ਅਲਾਵੇ। ਤੇ ਉਹੋ ਜੀ ਕਿਰਿਆ ਕਰਦਾ। ਨਾਟਕ ਤੋਂ ਭਾਵ ਇਹ ਹੁੰਦਾ ਵੀ ਬੰਦਾ ਹੈ ਕੁਝ ਨਹੀਂ ਹੈ, ਪਰ ਨਾਟਕ ਵਿੱਚ ਲੱਗਦਾ ਪਿਆ। ਮੰਨ ਲਓ ਕੋਈ ਬੰਦਾ ਫਿਲਮ ਵੇਖਦਾ ਜਾਂ ਟੈਲੀਵਿਜ਼ਨ ਤੇ ਨਾਟਕ ਵੇਖਦਾ, ਨਾਟਕ ਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਪੁਲਿਸ ਅਫਸਰ ਬਣਿਆ ਹੋਇਆ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਸੱਚੀ ਮੁੱਚੀ ਪੁਲਿਸ ਅਫਸਰ ਹੈ, ਨਹੀਂ, ਉਹ ਕੇਵਲ ਨਾਟਕ ਵਿੱਚ ਬਣਿਆ। ਪਰ ਜੇ ਨਾਟਕ ਵਿੱਚ ਬਣਿਆ ਤੇ ਉਹ ਗੱਲਾਂ ਉਹੋ ਜਿਹੀਆਂ ਜ਼ਰੂਰ ਕਰੇਗਾ, ਇਹਨੂੰ ਇਹ ਧਾਰਾ ਲੱਗਣੀ ਚਾਹੀਦੀ ਹੈ, ਇਹਨੂੰ ਇਹ ਸਜ਼ਾ ਮਿਲਣੀ ਚਾਹੀਦੀ ਹੈ, ਇਹਨੂੰ ਇਸ ਤਰ੍ਹਾਂ ਫੜਿਆ ਜਾ ਸਕਦਾ। ਉਹ ਇੱਕ ਕਿਰਦਾਰ ਨਿਭਾਉਂਦਾ ਪਿਆ, ਪਰ ਹੈ ਨਹੀਂ ਉਹ। ਨਾਟਕ ਦੇ ਵਿੱਚ ਬੰਦਾ ਇੱਕ ਚੋਰ ਵਿਖਾਇਆ ਗਿਆ, ਉਹ ਦੱਸੇਗਾ ਭੱਜਣਾ ਕਿਵੇਂ ਹੈ, ਚੋਰੀ ਕਿਵੇਂ ਕਰਨੀ ਹੈ, ਆਪਣੇ ਸਬੂਤ ਮਿਟਾਉਣੇ ਕਿਵੇਂ ਨੇ। ਇਹਦਾ ਮਤਲਬ ਇਹ ਨਹੀਂ ਵੀ ਉਹ ਚੋਰ ਹੈ, ਉਹ ਕੇਵਲ ਉਹਦਾ ਇੱਕ ਕਿਰਦਾਰ ਨਿਭਾਉਂਦਾ ਪਿਆ। ਚੋਰ ਨੇ ਆਪਣਾ ਕਿਰਦਾਰ ਨਿਭਾਇਆ, ਪੁਲਿਸ ਵਾਲੇ ਨੇ ਆਪਣਾ ਕਿਰਦਾਰ ਨਿਭਾਇਆ, ਕੇਵਲ ਦੁਨੀਆ ਨੂੰ ਵਿਖਾਉਣ ਵਾਸਤੇ। ਨਾ ਪੁਲਿਸ ਵਾਲਾ ਹੀ ਪੁਲਿਸ ਵਾਲਾ, ਨਾ ਚੋਰ ਚੋਰ ਹੈ ਉਹ ਇੱਕ ਆਮ ਵਿਅਕਤੀ, ਪਰ ਇੱਕ ਆਪਣਾ ਨਾਟਕ ਕਰਕੇ ਦੁਨੀਆ ਨੂੰ ਵਿਖਾਉਂਦੇ ਪਏ, ਅਸਲੀਅਤ ਬਣਾ ਕੇ। ਕਹਿਣ ਲੱਗੇ ਇਸੇ ਤਰ੍ਹਾਂ ਮਹਾਰਾਜ ਜਿਹੜੇ ਨੇ ਉਹ ਨਾਟਕਕਾਰ ਨੇ, ਜਿਵੇਂ ਦਾ ਲੋੜ ਪੈ ਗਈ ਉਵੇਂ ਦਾ ਹੀ ਰੂਪ ਬਣਾ ਲਿਆ। ਜਿਵੇਂ ਦਾ ਦੁਨੀਆ ਨੂੰ ਲੋੜ ਪੈ ਗਈ ਨਾ ਰੂਪ ਦੀ, ਵੀ ਆਹ ਰੂਪ ਆਵੇ, ਦੁਨੀਆ ਦਾ ਭਲਾ ਹੋਵੇ। ਜਿਵੇਂ ਇੱਕ ਨਾਟਕ ਕਰਨ ਵਾਲਾ ਵੱਖਰੇ ਵੱਖਰੇ ਰੂਪ ਬਣਾ ਲੈਂਦਾ, ਇੱਕ ਰੋਲ ਦੇ ਵਿੱਚ ਇੱਕ ਨਾਟਕ ਵਿੱਚ ਠਾਣੇਦਾਰ ਬਣਿਆ, ਦੂਜੇ 'ਚੋਂ ਆਰਮੀ ਦਾ ਬੰਦਾ ਬਣ ਗਿਆ, ਤੀਜੇ ਵਿੱਚ ਚੋਰ ਬਣ ਗਿਆ, ਚੌਥੇ 'ਚੋਂ ਕੁਝ ਹੋਰ ਬਿਜ਼ਨਸਮੈਨ ਬਣ ਗਿਆ, ਕਿਉਂਕਿ ਉਹਦੀ ਲੋੜ ਹੈ ਇਸ ਤਰ੍ਹਾਂ ਦਾ ਰੋਲ ਕਰ। ਕਹਿਣ ਲੱਗੇ ਪਰਮੇਸ਼ਰ ਵੀ ਕੁਝ ਇਸ ਤਰ੍ਹਾਂ ਦੇ ਕੌਤਕ ਕਰਦਾ ਹੈ। ਸ਼ੁਕਰ ਰੂਪ ਧਰਾ ਗੁਣ ਖਾਨੀ। ਜਿਸ ਵੇਲੇ ਧਰਤੀ ਨੂੰ ਤੋੜ ਕੇ ਤੇ ਪਤਾਲ ਵਿੱਚ ਲੈ ਗਿਆ। ਹਿੰਦੂ ਮਤ ਦੀ ਇੱਕ ਸਾਖੀ ਹੈ ਕਿ ਹਰਣਕਵਸ਼ ਤੇ ਹਰਨਾਕਸ਼ ਦੋ ਭਰਾ ਸਨ। ਹਰਣਕਵਸ਼ ਨੇ ਕੀ ਕੀਤਾ, ਧਰਤੀ ਦਾ ਇੱਕ ਹਿੱਸਾ ਤੋੜ ਕੇ ਤੇ ਥੱਲੇ ਪਤਾਲ ਦੇ ਵਿੱਚ ਲੈ ਗਿਆ, ਸਮੁੰਦਰ ਦੇ ਵਿੱਚ ਥੱਲੇ ਲੈ ਗਿਆ। ਧਰਤੀ ਰੱਖ ਕੇ ਥੱਲੇ ਤੇ 4 ਚੁਫੇਰੇ ਗੰਦਗੀ ਦਾ ਢੇਰ ਲਾ ਦਿੱਤਾ। ਗੰਦਗੀ ਦੇ ਨੇੜੇ ਕੋਈ ਅਵਤਾਰ ਨਾ ਆਵੇ, ਕੋਈ ਗੈਬੀ ਸ਼ਕਤੀ ਨਾ ਆਵੇ, ਤੇ ਧਰਤੀ ਮੈਂ ਲੁਕੋ ਕੇ ਰੱਖ ਲਵਾਂ। ਵਿਦਵਾਨਾਂ ਨੇ ਲਿਖਿਆ ਉਹ ਸ਼੍ਰੀਨਗਰ ਦਾ ਇਲਾਕਾ ਸੀ ਜਿਹੜਾ ਤੋੜ ਕੇ ਥੱਲੇ ਪਤਾਲ 'ਚ ਲੈ ਗਿਆ। ਉਸ ਵੇਲੇ ਫਿਰ ਦੇਵਤਿਆਂ ਨੂੰ, ਪਰਮੇਸ਼ਰ ਨੂੰ ਆਰਾਧਿਆ ਵੀ ਪਰਮੇਸ਼ਰ ਜੀ ਕਿਰਪਾ ਕਰੋ, ਇਹਨੇ 4 ਚੁਫੇਰੇ ਗੰਦਗੀ ਦਾ ਢੇਰ ਲਾ ਦਿੱਤਾ, ਇੱਥੋਂ ਧਰਤੀ ਹੁਣ ਬਾਹਰ ਕਿਵੇਂ ਕੱਢੀ ਜਾਵੇ, ਗੰਦਗੀ ਦੇ ਕੋਲ ਕੌਣ ਜਾਵੇ। ਤੇ ਪਰਮੇਸ਼ਰ ਨੇ ਕਿਹਾ ਫਿਕਰ ਨਾ ਕਰੋ। ਉਸ ਵੇਲੇ ਸੂਰ ਦਾ ਅਵਤਾਰ ਧਾਰਿਆ, ਜਿਸ ਨੂੰ ਕਿਹਾ ਜਾਂਦਾ ਬਰਾ ਅਵਤਾਰ। ਬਰਾ ਨਾਮ ਸੂਰਜ ਦਾ ਹੀ, ਸੂਰ ਦਾ ਹੀ ਹੈ, ਭਾਵੇਂ ਸੂਰ ਕਹਿ ਦਈਏ ਬਰਾ ਕਹਿ ਦਈਏ, ਇੱਕੋ ਗੱਲ ਹੀ ਹੈ। ਪਰਮਾਤਮਾ ਨੇ ਫਿਰ ਸੂਰ ਦਾ ਅਵਤਾਰ ਧਾਰਿਆ, ਕਿਉਂਕਿ ਉਹ ਗੰਦਗੀ ਦੇ ਢੇਰ ਲਾ ਕੇ ਬੈਠਾ ਸੀ ਉੱਥੇ, ਤੇ ਸੂਰ ਹੀ ਗੰਦਗੀ ਨੂੰ ਖਾਂਦਾ, ਪਰੇ ਕਰ ਸਕਦਾ, ਸੂਰ ਹੀ ਗੰਦਗੀ ਵਿੱਚ ਫਿਰ ਸਕਦਾ। ਰੱਬ ਨੇ ਵੇਖਿਆ ਹੁਣ ਮੇਰਾ ਇਹ ਰੋਲ ਅਦਾ ਕਰਨ ਦਾ ਸਮਾਂ ਆ ਗਿਆ। ਜਿਵੇਂ ਇੱਕ ਨਾਟਕ ਦੇ ਵਿੱਚ ਇੱਕ ਨਾਟਕਕਾਰ ਆਪਣੇ ਵੱਖਰੇ ਵੱਖਰੇ ਰੋਲ ਕਰਦਾ ਹੈ, ਪਰਮੇਸ਼ਰ ਨੂੰ ਅੱਜ ਰੋਲ ਕਰਨਾ ਪਵੇਗਾ ਸੂਰ ਦੇ ਵਿੱਚ ਆ ਕੇ। ਫਿਰ ਪਰਮੇਸ਼ਰ ਜੀ ਸੂਰ ਦਾ ਰੂਪ ਲੈ ਕੇ ਆਏ ਤੇ ਉਹਨਾਂ ਨੇ ਉਹ ਗੰਦਗੀ ਨੂੰ ਪਰੇ ਕੀਤਾ। ਜਿਹੜਾ ਉੱਥੇ ਹਰਣਕਵਸ਼ ਬੈਠਾ ਸੀ, ਧਰਤੀ ਨੂੰ ਛੁਪਾ ਕੇ ਫਿਰ ਉਹਦੇ ਨਾਲ ਜੰਗ ਕੀਤਾ। ਜੰਗ ਕਰਕੇ ਤੇ ਆਪਣੀਆਂ ਦਾੜਾਂ ਦੇ ਨਾਲ ਉਹਨੂੰ ਮਾਰਿਆ, ਦੈਂਤ ਨੂੰ ਮਾਰ ਕੇ ਧਰਤੀ ਨੂੰ ਆਪਣੀਆਂ ਦਾੜਾਂ ਦੇ ਉੱਪਰ ਰੱਖਿਆ ਤੇ ਧਰਤੀ ਨੂੰ ਚੁੱਕ ਕੇ ਲਿਆ ਕੇ ਜਿੱਥੋਂ ਤੋੜ ਕੇ ਵੱਖਰੀ ਕਰਕੇ ਲੈ ਕੇ ਗਿਆ ਸੀ, ਉੱਥੇ ਲਿਆ ਕੇ ਫਿਰ ਟਿਕਾਇਆ। ਬਾਣੀ ਵਿੱਚ ਬਚਨ ਆਉਂਦਾ, ਦਾੜਾਂ ਅਗਰੈ ਪ੍ਰਥਮ ਧਰਾਇਨ, ਪ੍ਰਥਮ ਧਰਾਇਨ, ਕਿ ਦਾੜਾਂ ਦੇ ਉੱਪਰ ਰੱਖ ਕੇ ਧਰਤੀ ਫਿਰ ਵਾਪਸ ਲਿਆਂਦੀ ਤੇ ਉੱਥੇ ਲਿਆ ਕੇ ਜੋੜੀ, ਫਿਰ ਉਸ ਨੂੰ ਪੂਰਿਆਂ ਕਰ ਦਿੱਤਾ। ਇਹ ਇੱਕ ਉਦਾਹਰਣ ਹੈ ਸਮਝਾਉਣ ਵਾਸਤੇ ਕਿ ਜਿਵੇਂ ਇੱਕ ਨਾਟਕ ਵਿੱਚ ਕੰਮ ਕਰਨ ਵਾਲਾ ਵਿਅਕਤੀ ਨਾਟਕ ਦੇ ਮੁਤਾਬਕ ਰੋਲ ਕਰ ਦਿੰਦਾ ਹੈ, ਉਵੇਂ ਦਾ ਹੀ ਬਣ ਜਾਂਦਾ ਹੈ। ਪਰਮੇਸ਼ਰ ਵੀ ਕੁਝ ਇਸੇ ਤਰ੍ਹਾਂ ਦਾ ਹੀ ਹੈ, ਜਿਵੇਂ ਦੇ ਅਵਤਾਰ ਦੀ ਲੋੜ ਪਵੇ ਉਵੇਂ ਦਾ ਹੀ ਅਵਤਾਰ ਬਣਾ ਕੇ ਉਹ ਦੁਨੀਆ ਤੇ ਆ ਜਾਂਦਾ।
ਜੇ ਉਹ ਸੂਰ ਦਾ ਅਵਤਾਰ ਬਣਾ ਕੇ ਆ ਗਿਆ ਤੇ ਇਹਦਾ ਮਤਲਬ ਇਹ ਨਹੀਂ ਵੀ ਉਹ ਗੰਦਾ ਹੋ ਗਿਆ ਜਾਂ ਮਾੜਾ ਹੋ ਗਿਆ। ਜੇ ਇੱਕ ਨਾਟਕ ਵਿੱਚ ਇੱਕ ਵਿਅਕਤੀ ਜੱਜ ਬਣਿਆ, ਚੰਗੇ ਕੰਮ ਕਰਦਾ, ਦੂਜੇ ਵਿੱਚ ਉਹ ਵੈਲੀ ਬਣਿਆ, ਨਸ਼ੇ ਖਾਂਦਾ ਪਿਆ, ਤੇ ਇਹਦਾ ਮਤਲਬ ਇਹ ਨਹੀਂ ਵੀ ਉਹ ਵਿਅਕਤੀ ਵਿਗੜ ਗਿਆ। ਕੇਵਲ ਉਹ ਇੱਕ ਰੋਲ ਅਦਾ ਕਰਦਾ ਪਿਆ, ਇੱਕ ਨਾਟਕ ਕਰਦਾ ਪਿਆ। ਜੇ ਪਰਮੇਸ਼ਰ ਸੂਰ ਦੇ ਰੂਪ ਦੇ ਵਿੱਚ ਆ ਕੇ ਧਰਤੀ ਬਚਾਉਂਦਾ ਪਿਆ ਤੇ ਇਹਦਾ ਮਤਲਬ ਇਹ ਨਹੀਂ ਵੀ ਪਰਮੇਸ਼ਰ ਮਾੜਾ ਹੋ ਗਿਆ, ਭੈੜਾ ਹੋ ਗਿਆ। ਤੇ ਜੇ ਉਹ ਚੰਗਾ ਅਵਤਾਰ ਧਰਦਾ ਤੇ ਉਹ ਚੰਗਾ ਹੋ ਗਿਆ, ਨਹੀਂ, ਇਹ ਤੇ ਉਹਦੇ ਰੂਪ ਨੇ ਕੰਮ ਕਰਨ ਦੇ, ਕੋਈ ਵੀ ਰੂਪ ਬਣਾ ਸਕਦਾ। ਤੇ ਕਹਿਣ ਲੱਗੇ ਫਿਰ ਸੂਰ ਦਾ ਅਵਤਾਰ ਧਾਰ ਕੇ ਧਰਤੀ ਨੂੰ ਬਚਾ ਕੇ ਲਿਆਂਦਾ ਹੈ। ਘੁਰ ਘੁਰ ਸ਼ਬਦ ਕਿਰਿਆ ਇਸ ਠਾਨੀ। ਅਤੇ ਕਹਿਣ ਲੱਗੇ ਘੁਰ ਘੁਰ ਤੋਂ ਭਾਵ ਜਦੋਂ ਸੂਰ ਬੋਲਦਾ ਨਾ ਤੇ ਘੁਰ ਘੁਰ ਦੀ ਆਵਾਜ਼ ਕਰਦਾ। ਨਰ ਸਿੰਘ ਇਹ ਜਿਹੜਾ ਅਵਤਾਰ ਹੈ ਸੂਰ ਦਾ, ਕਹਿਣ ਲੱਗੇ ਉਹ ਸੂਰ ਫਿਰ ਘੁਰ ਘੁਰ ਕਰਦਾ ਥੱਲੇ ਪਤਾਲ ਵਿੱਚ ਗਿਆ, ਉੱਥੇ ਫਿਰ ਗੰਦਗੀ ਨੂੰ ਪਰੇ ਕੀਤਾ, ਹਰਣਕਵਸ਼ ਨੂੰ ਮਾਰਿਆ। ਹਰਣਕਵਸ਼ ਹਰਨਾਕਸ਼ ਦਾ ਹੀ ਭਰਾ ਹੈ, ਉਹਨੂੰ ਮਾਰਿਆ, ਧਰਤੀ ਨੂੰ ਚੁੱਕਿਆ ਤੇ ਜਿੱਥੋਂ ਲੈ ਕੇ ਗਿਆ ਸੀ ਉੱਥੇ ਵਾਪਸ ਲਿਆ ਕੇ ਫਿਰ ਉਹਨੂੰ ਰੱਖਿਆ। ਇਸ ਵਾਸਤੇ ਸੂਰ ਅਵਤਾਰ ਧਾਰਿਆ, ਜਿਸ ਨੂੰ ਬਰਾਹ ਅਵਤਾਰ ਕਿਹਾ ਜਾਂਦਾ। ਇਹ ਸਿੱਖ ਸਮਝਾਉਂਦਾ ਪਿਆ ਪੰਡਤ ਨੂੰ, ਕਹਿਣ ਲੱਗਾ ਪੰਡਤ ਜੀ ਗੁਰੂ ਤੇ ਸ਼ੱਕ ਨਾ ਕਰੋ, ਗੁਰੂ ਨੇ ਸਮੇਂ ਸਮੇਂ ਤੇ ਅਵਤਾਰ ਧਾਰਿਆ। ਇਹ ਗੁਰੂ ਉਹੀ ਹੈ ਜਿਹਨੇ ਸਤਿਯੁਗ ਦੇ ਵਿੱਚ ਇਹ ਰੂਪ ਬਣਾ ਕੇ ਧਰਤੀ ਨੂੰ ਬਚਾਇਆ ਹੈ। ਇਹ ਗੁਰੂ ਉਹੀ ਹੈ ਜਿਹਨੇ ਨਰਸਿੰਘ ਦਾ ਰੂਪ ਲੈ ਕੇ ਤੇ ਹਰਨਾਕਸ਼ ਨੂੰ ਮਾਰਿਆ ਹੈ। ਇਸ ਗੁਰੂ ਨੇ ਵੱਖ-ਵੱਖ ਰੂਪ ਬਣਾਏ ਨੇ ਵੱਖ-ਵੱਖ ਸਮਿਆਂ ਤੇ। ਇਹ ਗੁਰੂ ਕਾ ਸਿੱਖ ਕਿਹੜੇ ਕਿਹੜੇ ਬਚਨ ਇਸ ਪੰਡਤ ਨਾਲ ਕਰਦਾ। ਪੰਡਤ ਫਿਰ ਵੀ ਜਿੱਦ ਕਰੇਗਾ, ਫਿਰ ਮਹਾਰਾਜ ਅੱਗੋਂ ਕੀ ਕੌਤਕ ਵਿਖਾਉਣਗੇ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਲਿਖਿਆ ਕਥਾ ਹੈ ਨਾ ਛੂਟੀ ਹੈ, ਬਖਸ਼ਣਹਾਰ ਬਖਸ਼ ਲੈ।